वाहिगुरु जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। गोबिंद जियो 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 गोबिंद तू मेरे प्राण आधार तू मेरे प्राण आधार। गोबिंद जियो गोबिंद जियो गोबिंद जियो तू मेरे प्राण आधार तू मेरे प्राण आधार। गोबिंद जियो गोबिंद जियो गोबिंद जियो गोबिंद जियो तू मेरे प्राण आधार तू मेरे प्राण आधार। गोबिंद जियो गोबिंद जियो गोबिंद जियो गोबिंद जियो। साजन मीत सहाई तुम ही साजन मीत सहाई तुम ही तू मेरो परवार तू मेरो परवार। गोबिंद जियो गोबिंद जियो गोबिंद जियो गोबिंद जियो तू मेरे प्राण आधार तू मेरे प्राण आधार। गोबिंद जियो गोबिंद जियो गोबिंद जियो गोबिंद जियो। कर मस्तक तारियो मेरे माथे कर मस्तक तारियो मेरे माथे कर मस्तक तारियो मेरे माथे मस्तक तारियो। साध संग गुण गाए साध संग गुण गाए साध संग गुण गाए साध संग गुण गाए। तुम
ਤੁਮਰੀ ਕਿਰਪਾ ਤੇ ਸਭ ਫਲ ਪਾਏ। ਤੁਮਰੀ ਕਿਰਪਾ ਤੇ ਸਭ ਫਲ ਪਾਏ। ਕਿਰਪਾ ਤੇ ਸਭ ਫਲ ਪਾਏ। ਰਸ ਰਾਮ ਨਾਮ ਧਿਆਏ। ਰਸ ਰਾਮ ਨਾਮ ਧਿਆਏ। ਗੋਬਿੰਦ ਜੀਓ 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 ਗੋਬਿੰਦ ਜੀਓ। ਤੂੰ ਮੇਰੇ ਪ੍ਰਾਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਪ੍ਰਾਨ ਆਧਾਰ। ਤੂੰ ਮੇਰੇ ਪ੍ਰਾਨ ਆਧਾਰ। ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ। ਅਬ ਜਲ ਨੀਮ ਕਰਾਈ ਸਤਿਗੁਰ। 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 ਕਬਹੂ ਡੋਲਤ ਨਾਹੀ। ਕਬਹੂ ਡੋਲਤ ਨਾਹੀ। ਕਬਹੂ ਡੋਲਤ ਨਾਹੀ। ਡੋਲਤ ਗੁਰ ਨਾਨਕ ਜਪ ਪੈ ਦਿਆਰਾ। ਪੈ ਦਿਆਰਾ। ਗੁਰ ਨਾਨਕ ਜਪ ਪੈ ਦਿਆਰਾ। ਗੁਰ ਨਾਨਕ ਜਪ ਪੈ ਦਿਆਰਾ। ਗੁਰ ਨਾਨਕ ਜਪ ਪੈ ਦਿਆਰਾ। ਸਰਬ ਸੁਖਾਂ ਨਿਤ ਪਾਹੀ। ਸਰਬ ਸੁਖਾਂ ਨਿਤ ਪਾਹੀ। ਸਰਬ ਸੁਖਾਂ ਨਿਤ ਪਾਹੀ। ਸਰਬ ਸੁਖਾਂ ਨਿਤ ਪਾਹੀ। ਗੋਬਿੰਦ ਜੀਓ 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 ਗੋਬਿੰਦ ਜੀਓ। ਤੂੰ ਮੇਰੇ ਪ੍ਰਾਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਪ੍ਰਾਨ ਮੇਰੇ ਪ੍ਰਾਨ ਆਧਾਰ। ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ। ਸਾਜਨ ਮੀਤ ਸਹਾਈ ਤੁਮ ਹੀ। 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 ਤੂੰ ਮੇਰੋ ਪਰਵਾਰ। ਤੂੰ ਮੇਰੋ ਪਰਵਾਰ। ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ ਗੋਬਿੰਦ ਜੀਓ। ਤੂੰ ਮੇਰੇ ਪ੍ਰਾਨ ਆਧਾਰ। ਤੂੰ ਮੇਰੇ ਪ੍ਰਾਨ ਆਧਾਰ। ਗੋਬਿੰਦ ਜੀਓ
मेरे प्राण, तू मेरे प्राण, तू मेरे प्राण मेरे प्राण आधार। गोविंद जियो, 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 गोविंद जियो। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਵਾਹ ਪ੍ਰਗਟਿਓ ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਵਾਹ ਪ੍ਰਗਟਿਓ ਗੁਰ ਗੋਬਿੰਦ ਸੂਰਾ। ਗੁਰ ਗੋਬਿੰਦ ਸੂਰਾ, ਗੁਰ ਗੋਬਿੰਦ ਸੂਰਾ। ਗੁਰ ਗੋਬਿੰਦ ਸੂਰਾ, ਗੁਰ ਗੋਬਿੰਦ ਸੂਰਾ। ਗੁਰ ਗੋਬਿੰਦ ਸੂਰਾ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਪ੍ਰਗਟਿਓ ਪੁਰਖ ਭਗਵੰਤ ਰੂਪ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਪ੍ਰਾਨ ਮੀਤ ਪਰਮਾਤਮਾ ਪੁਰੇ ਖੋਤਮ ਪੂਰਾ। ਪ੍ਰਾਨ ਮੀਤ ਪਰਮਾਤਮਾ ਪੁਰੇ ਖੋਤਮ ਪੂਰਾ। ਪੋਖਨ ਹਾਰਾ ਪਾਤਸ਼ਾਹ ਹੈ ਪ੍ਰਤਪਾਲਨ ਪੂਰਾ। ਪੋਖਨ ਹਾਰਾ ਪਾਤਸ਼ਾਹ ਹੈ ਪ੍ਰਤਪਾਲਨ ਪੂਰਾ। ਗੁਰ ਗੋਬਿੰਦ ਸੂਰਾ। ਗੁਰ ਗੋਬਿੰਦ ਸੂਰਾ। ਪ੍ਰਗਟਿਓ ਪੁਰਖ ਭਗਵੰਤ ਰੂਪ। ਪ੍ਰਗਟਿਓ ਪੁਰਖ ਭਗਵੰਤ ਰੂਪ। ਗੁਰ ਗੋਬਿੰਦ ਸੂਰਾ। ਗੁਰ ਗੋਬਿੰਦ ਸੂਰਾ। ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ। ਪ੍ਰਗਟਿਓ ਪੁਰਖ ਭਗਵੰਤ ਰੂਪ। ਪਤ ਤੇ ਉਦਾਰਨ ਪ੍ਰਾਨ ਪਤ ਸਦ ਸਦਾ ਹਜੂਰ।
ਪਤਿਤ ਉਦਾਰਨ ਪ੍ਰਾਨ ਪਤ ਸਾਧ ਸਦਾ ਹਜੂਰਾ ਪਤਿਤ ਉਦਾਰਨ ਪ੍ਰਾਨ ਪਤ ਸਾਧ ਸਦਾ ਹਜੂਰਾ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਪ੍ਰਗਟਿਓ ਪੁਰਖ ਭਗਵੰਤ ਰੂਪ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਪ੍ਰਗਟਿਓ ਪੁਰਖ ਭਗਵੰਤ ਰੂਪ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਆਨੰਦ ਬਿਨੋਦੀ ਜੀ ਜਾਪੇ ਸਤ ਸੱਚੀ ਵੇਲਾ ਆਨੰਦ ਬਿਨੋਦੀ ਜੀ ਜਾਪੈ ਸਤ ਸੱਚੀ ਵੇਲਾ ਆਨੰਦ ਬਿਨੋਦੀ ਜੀ ਜਾਪੇ ਸੱਚ ਸੱਚੀ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਵਹ ਪ੍ਰਗਟਿਓ ਪ੍ਰਗਟਿਓ ਪੁਰਖ ਭਗਵੰਤ ਰੂਪ ਵਹ 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 ਪ੍ਰਗਟਿਓ ਪੁਰਖ ਭਗਵੰਤ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਪ੍ਰਗਟਿਓ ਪੁਰਖ ਭਗਵੰਤ ਰੂਪ ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਪਤ ਤੇ ਉਦਾਰਨ ਪ੍ਰਾਨ ਪਤ ਸਾਧ ਸਦਾ ਹਜੂਰਾ ਪਤ ਤੇ ਉਦਾਰਨ ਪ੍ਰਾਨ ਪਤ ਸਾਧ ਸਦਾ ਹਜੂਰਾ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਪ੍ਰਗਟਿਓ ਪੁਰਖ ਭਗਵੰਤ ਰੂਪ ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਪ੍ਰਗਟਿਓ ਪੁਰਖ ਭਗਵੰਤ ਰੂਪ ਵਹ 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 ਪ੍ਰਗਟਿਓ
ਭਗਵੰਤ ਰੂਪ ਵਹ ਪ੍ਰਗਟਿਓ ਪੁਰਖ ਭਗਵੰਤ ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਵਾਹਿਗੁਰੂ। तास क्यों ना पछान ही जे होए है अब है। तास क्यों ना पछान ही जे होए है अब है। तास क्यों ना पछान ही जे होए है अब है। तास क्यों ना पछान ही जे होए है अब है। तास क्यों ना पछान ही जे होए है अब है। निफल काहे भजत पाहन निफल काहे भजत पाहन तोहे कछ पाड़ दे तोहे कछ पाड़ दे। तास क्यों ना पछान ये होए है अब है। तास क्यों ना पछान ये होए है अब है। तास सेवहो जास सेवत दास सेवहो जास सेवत होए पूरन काम। होए पूरन काम होए मनसा सकल पूरन होए मनसा सकल पूरन लेत जाको नाम। हाँ लेत जाको नाम। दास सेवो जास सेवत दास सेवो जास सेवत होए पूरन काम। होए पूरन काम होए मनसा सकल पूरन होए मनसा सकल पूरन लेत जाको नाम। लेत जाको नाम। दास क्यों ना पछान जे होए है अब है। दास क्यों ना पछान जे होए है अब है। दास क्यों ना पछान जे होए है अब है। दास क्यों
ਧਨ ਧਨ ਤਾਕੋ ਪਾਖੀਐ ਧਨ 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 ਤਾਕੋ ਪਾਖੀਐ ਦੋਹਰਾ ਧਨ ਧਨ ਤਾਕੋ ਪਾਖੀਐ ਜਾ ਕਾ ਜਗਤ ਗੁਲਾਮ ਜਾ ਕਾ ਜਗਤ ਗੁਲਾਮ ਸਭ ਨਿਰਖਤ ਜਾ ਕੋ ਫਿਰੈ ਸਭ ਚੱਲ ਕਰਤ ਸਲਾਮ ਜੇ ਜਾਪ ਹੈ ਕਲ ਨਾਮ 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 ਤਿਸ ਪੂਰਨ ਹੋਏ ਹੈ ਕਾਮ ਪੂਰਨ ਹੋਏ ਹੈ ਕਾਮ ਤਿਸ ਪੂਰਨ ਹੋਏ ਹੈ ਕਾਮ ਤਿਸ ਪੂਰਨ ਹੋਏ ਹੈ ਕਾਮ ਤਿਸ ਦੁਖ ਭੂਖ ਨਾ ਪਿਆਸ ਦੁਖ ਭੂਖ ਨਾ ਪਿਆਸ ਤਿਸ ਦੁਖ ਭੂਖ ਨਾ ਪਿਆਸ ਦੁਖ ਭੂਖ ਨਾ ਪਿਆਸ ਨਿਤ ਹਰਖ ਕਹੂੰ ਨਾ ਉਦਾਸ ਤਿਸ ਦੁਖ ਭੂਖ ਨਾ ਪਿਆਸ ਨਿਤ ਹਰਖ ਕਹੂੰ ਨਾ ਉਦਾਸ ਤਿਸ ਦੁਖ ਭੂਖ ਨਾ ਪਿਆਸ ਨਿਤ ਹਰਖ ਕਹੂੰ ਨਾ ਉਦਾਸ ਤੁਮਰੀ ਮਹਿਮਾ ਅਪਰ ਅਪਾਰਾ ਤੁਮਰੀ ਮਹਿਮਾ ਅਪਰ ਅਪਾਰਾ ਜਾ ਕਾ ਲਹਿਓ ਨ ਕਿਨਹੂ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜਾ ਦਾਸ ਕਿਉ ਨਾ ਪਛਾਣੇ ਜੇ ਹੋਏ ਹੈ ਅਬ ਹੈ ਦਾਸ ਕਿਉ ਨਾ ਪਛਾਣੇ ਜੇ ਹੋਏ ਹੈ ਅਬ ਹੈ ਦਾਸ ਕਿਉ ਨਾ ਪਛਾਣੇ ਜੇ ਹੋਏ ਹੈ ਅਬ ਹੈ ਨੇ ਫਲ ਕਾਹੇ ਭਜਤ ਪਾਹਨ ਨੇ ਫਲ ਕਾਹੇ ਭਜਤ ਪਾਹਨ ਤੋਹੇ ਕਛ ਫਲ ਦੈ ਤੋਹੇ ਕਛ ਫਲ ਦੈ ਦਾਸ ਕਿਉ ਨਾ ਪਛਾਣੀ ਜੇ ਹੋਏ ਹੈ ਅਬ ਹੈ ਦਾਸ ਕਿਉ ਨਾ ਪਛਾਣੇ ਜੇ ਹੋਏ ਹੈ ਅਬ ਹੈ ਦਾਸ ਸੇਵੋ ਜਾਸ ਸੇਵਤ ਦਾਸ ਸੇਵੋ ਜਾਸ ਸੇਵਤ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨਕ ਭੂਪ ਹੋ ਕੇ ਦਾਤਾ ਮਹਾਦਾਨ ਹੋ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨਕ ਭੂਪ ਹੋ ਕੇ ਦਾਤਾ ਮਹਾਦਾਨ ਹੋ प्राण के बचैया दूध पूत के दवैया रोग सोग के मिटैया के दो मानी महामान हो प्राण के बचैया दूध पूत के दवैया रोग सोग के मिटैया के दो मानी महामान हो दास सेवो जास सेवत होए पूरन काम दास सेवो जास सेवत होए पूरन काम प्राण के बचैया दूध पूत के दवैया रोग सोग के मिटाइया के दो मानी महामान हो विद्या के विचार हो के अद्वय अवतार हो के सिद्धता की सूरत हो के शुद्धता की शान हो जोबन के जार हो के काल हो के सतन के सूर हो के मित्र के प्राण हो
जोबन के जार हो के काल हो के कार हो के सत्र के सूल हो के मित्र के प्राण हो जोबन के जार हो के काल हो के कार हो के सत्र के सूल हो के मित्र के प्राण हो दास सेवो जास सेवत दास सेवो जास सेवत होए पूरन काम होए पूरन काम होए पूरन काम होए पूरन काम होए मनसा सकल पूरन होए मनसा सकल पूरन होए मनसा सकल पूरन हे मनसा सकल पूरन होए मनसा सकल पूरन हे मनसा सकल पूरन लेत जाको नाम 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 तास क्यों ना पहचानी ये होए है अब ताश क्यों ना पहचानी ये होए है अब है ताश क्यों ना पहचानी ये होए है अब है ताश क्यों ना पहचानी ये होए है अब है ताश क्यों ना पहचानी ये होए है अब है तास क्यों ना पहचानी ये होए है अब है ये होए है अब है ये होए है अब है अब है अब है अब है अब है वाहिगुरु जी तन तन सच्चे पातशाह गरीब नवाज ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਾਵਧਾਨ ਹੋ ਕੇ ਬੜੇ ਪਿਆਰ ਨਾਲ ਸਾਰੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਰਹਿਮਤ ਦਾ ਸਦਕਾ ਸਾਨੂੰ ਸਾਰਿਆਂ ਨੂੰ ਹੀ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਨੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਆਪਣੀ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਠਾਇਆ ਹੈ, ਤਰਸ ਕੀਤਾ ਹੈ ਸਤਿਗੁਰੂ ਜੀ ਨੇ। ਗਰੀਬ ਨਵਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਬਾਣੀ ਦੇ ਕੀਰਤਨ ਰਾਗੀ ਜਥਿਆਂ ਨੇ ਬੜੇ ਪਿਆਰ ਨਾਲ ਕੀਰਤਨ ਗਾਇਨ ਕੀਤੇ ਹਨ। ਅੰਮ੍ਰਿਤ ਬਾਣੀ ਦੇ ਮੁੱਖ ਵਾਕ ਸ਼ਬਦ ਗਾਏ ਹਨ। ਸਮਾਂ ਸੁਭਾਗਾ ਕੀਤਾ ਹੈ। ਅੱਜ ਸੰਗਤ ਜੀ ਬੜੀ ਵੱਡੀ ਮਹਾਨ ਖੁਸ਼ੀ ਹੈ, ਬਹੁਤ ਵੱਡੀ ਮਹਾਨ ਖੁਸ਼ੀ ਹੈ। ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ, ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ।
ਐਸੇ ਦੀਨ ਦਿਆਲ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ, ਪੰਥ ਦੇ ਬਾਨੀ, ਅੰਮ੍ਰਿਤ ਦੇ ਦਾਤੇ, ਵੱਡੇ ਸਮਰੱਥ ਗੁਰੂ, ਮਿਹਰਬਾਨ ਪਰਉਪਕਾਰੀ ਦਇਆਵਾਨ ਸਤਿਗੁਰੂ ਜੀ, ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ, ਲੋਕ ਪਰਲੋਕ ਦੇ ਰਾਖੇ ਸਤਿਗੁਰੂ ਜੀ, ਧਰਮ ਰੱਖਿਅਕ ਸਤਿਗੁਰੂ ਜੀ, ਬਹੁਤ ਹੀ ਵੱਡੇ ਦਿਆਲੂ ਸਤਿਗੁਰੂ ਜੀ। ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ। ਧੰਨ ਧੰਨ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੁਨੀਆ ਭਰ ਵਿੱਚ, ਸਾਰੇ ਸੰਸਾਰ ਵਿੱਚ ਗੁਰੂ ਜੀ ਨਾਲ ਪਿਆਰ ਕਰਨ ਵਾਲਿਆਂ ਨੇ ਗੁਰਪੁਰਬ ਮਨਾਏ ਹਨ। ਗੁਰੂ ਜੀ ਨਾਲ ਉਹ ਸਭ ਲੋਕ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਸੋਝੀ ਹੈ, ਜਿਨ੍ਹਾਂ ਨੂੰ ਸਮਝ ਹੈ, ਜਿਨ੍ਹਾਂ ਨੂੰ ਪਤਾ ਹੈ। ਹਰ ਵਰਗ ਦੇ ਲੋਕਾਂ ਨੇ ਸਤਿਗੁਰੂ ਜੀ ਨਾਲ ਪਿਆਰ ਕੀਤਾ। ਜਿਹਦੇ ਭਾਗ ਜਾਗੇ ਉਹਨੇ ਆਪਣਾ ਆਪ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ। ਕੁਝ ਨਹੀਂ ਲੁਕੋਇਆ ਸੱਚੇ ਪਾਤਸ਼ਾਹ ਦੇ ਕੋਲੋਂ। ਕਿਉਂ? ਸਾਰਾ ਕੁਝ ਹੈ ਹੀ ਸਤਿਗੁਰੂ ਜੀ ਦਾ ਹੈ, ਸਭ ਕੁਝ ਦਿੱਤਾ ਹੀ ਸਤਿਗੁਰੂ ਜੀ ਨੇ ਹੈ। ਇਸ ਲਈ ਚਾਹੇ ਕੋਈ ਗੁਰੂ ਦਾ ਸਿੱਖ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਜਿਹਦੇ ਕੋਲ ਸਮੱਤ ਹੈ ਉਹਨੇ ਗੁਰੂ ਜੀ ਨਾਲ ਬੜਾ ਪਿਆਰ ਕੀਤਾ। ਬੜੇ ਆਪਣੇ ਧਨ ਭਾਗ ਜਾਣੇ। ਕਿਸੇ ਦੁਨਿਆਵੀ ਮਜ਼ਹਬ ਦੇ ਵਿੱਚ ਫਸ ਕੇ ਗੁਰੂ ਜੀ ਵੱਲ ਪਿੱਠ ਨਹੀਂ ਕੀਤੀ। ਜਿਨ੍ਹਾਂ ਦੇ ਭਾਗ ਜਾਗੇ, ਜਿਨ੍ਹਾਂ ਨੂੰ ਸਮੱਤ ਆਈ, ਸੋਝੀ ਆਈ, ਪਰਮੇਸ਼ਰ ਨੇ ਜਣਾਇਆ, ਉਹਨਾਂ ਪੂਰਾ ਪੂਰਾ ਲਾਭ ਲਿਆ। ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਿਆਰ ਕੀਤਾ, ਆਪਣਾ ਆਪ ਨਿਸ਼ਾਵਰ ਕੀਤਾ, ਖੁਸ਼ੀਆਂ ਲਈਆਂ, ਉਹ ਬੜੇ ਬੜੇ ਗਰੀਬ ਪਾਤਸ਼ਾਹ ਬਣ ਗਏ ਜੀ, ਮਹਾਂਪੁਰਖ ਬਣੇ, ਜੀਵਨ ਮੁਕਤ ਹੋਏ। ਜਿਨ੍ਹਾਂ ਨੇ ਰਾਜ ਗੱਦੀ ਦੇ ਉੱਤੇ ਬੈਠ ਕੇ ਖਾਨਦਾਨੀ ਰਾਜੇ, ਖਾਨਦਾਨੀ ਪੁਸ਼ਤ ਦਰ ਪੁਸ਼ਤ ਰਾਜੇ ਮਹਾਰਾਜੇ ਚੱਲੇ ਆ ਰਹੇ ਨੇ, ਪਰ ਗੁਰੂ ਜੀ ਨਾਲ ਪਿਆਰ ਨਹੀਂ ਪਾਇਆ, ਸਮੱਤ ਨਹੀਂ ਲਈ, ਸੰਗਤ ਨਹੀਂ ਕੀਤੀ, ਵੈਰ ਕੀਤਾ ਗੁਰੂ ਜੀ ਨਾਲ। ਅੱਜ ਵੀ ਸੰਗਤ ਜੀ ਮੰਗਤਿਆਂ ਵਾਂਗੂ ਤੁਰੇ ਫਿਰਦੇ ਨੇ ਹੋ ਜੀ। ਅੱਜ ਵੀ ਮੰਗਤਿਆਂ ਵਾਂਗੂ 22 ਧਾਰ ਦੇ ਰਾਜੇ, ਖਾਨਦਾਨੀ ਰਾਜੇ ਸਨ ਜੀ, ਖਾਨਦਾਨੀ। ਪਰ ਸਤਿਗੁਰੂ ਮਹਾਰਾਜ ਜੀ ਨੂੰ ਜਾਣਿਆ ਨਹੀਂ ਉਹਨਾਂ ਨੇ। ਗਰੀਬ ਨਵਾਜ ਜੀ ਦਾ ਬਚਨ ਨਹੀਂ ਮੰਨਿਆ। ਜੇ ਸਤਿਗੁਰੂ ਜੀ ਨੇ ਕਿਹਾ ਅੰਮ੍ਰਿਤ ਛਕ ਲਓ ਤਾਂ ਵੀ ਨਾ ਕਰ ਗਏ। ਤੇ ਅੱਜ ਸੰਗਤ ਜੀ ਉਹ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰੇ ਕਰਨ ਰਹੇ ਨੇ ਜੀ। ਪਹਾੜੀਏ ਲੋਕਾਂ ਨੂੰ ਲੋਕੀ ਰਸੋਈਆਂ 'ਚ ਰੱਖਦੇ ਨੇ ਜੀ, ਰੋਟੀਆਂ ਪਕਾਉਣ ਨੂੰ ਤੇ ਭਾਂਡੇ ਮਾਂਜਣ ਨੂੰ, ਸਬਜ਼ੀਆਂ ਢੋਣ ਨੂੰ ਜੀ। ਖਾਨਦਾਨੀ ਰਾਜੇ ਸੀ। ਗੁਰੂ ਮਹਾਰਾਜ ਜੀ ਨੂੰ ਨਹੀਂ ਜਾਣਿਆ, ਪਛਾਣਿਆ, ਨਹੀਂ ਪਿਆਰ ਕੀਤਾ, ਨਹੀਂ ਸਤਿਕਾਰ ਕੀਤਾ, ਭਾਗਹੀਨ ਹੋ ਗਏ। ਪਰ ਜਿਨ੍ਹਾਂ ਨਿਮਾਣਿਆਂ ਨੇ, ਨਿਤਾਣਿਆਂ ਨੇ, ਗਰੀਬਾਂ ਨੇ, ਅਨਾਥਾਂ ਨੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਿਆਰ ਕੀਤਾ, ਸੰਗਤ ਕੀਤੀ, ਸੇਵਾ ਕੀਤੀ, ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਜੀ। ਆਪਾਂ ਸੰਗਤ ਇਸੇ ਵਾਸਤੇ ਕਰਨੀ ਹੈ ਸਾਨੂੰ ਸਮੱਤ ਮਿਲੇ। ਤੇ ਜਦੋਂ ਕਿਤੇ ਸਮਾਂ ਸਾਡੇ ਹੱਥ ਵਿੱਚ ਆਵੇ, ਸਾਡੇ ਕੋਲ ਸਮੱਤ ਹੋਵੇ, ਗੁਰੂ ਜੀ ਦੀ ਮਿਹਰ ਹੋਵੇ, ਤੇ ਸਮਾਂ ਕਿਤੇ ਹੱਥੋਂ ਨਾ ਨਿਕਲ ਜਾਵੇ ਜੀ। ਬੜਿਆਂ ਲੋਕਾਂ ਦੇ ਹੱਥਾਂ ਵਿੱਚੋਂ ਸਮਾਂ ਨਿਕਲ ਗਿਆ, ਸਮੱਤ ਨਾ ਹੋਣੇ ਕਰਕੇ ਨਾ ਜੀ ਪ੍ਰਾਪਤੀ ਨਾ ਕਰ ਸਕੇ ਜੀ, ਨਹੀਂ ਪ੍ਰਾਪਤੀ ਕਰ ਸਕੇ। ਕਈ ਜਾਣਦੇ ਵੀ ਸਨ ਜੀ, ਪਰ ਸਮੱਤ ਨਹੀਂ ਸੀ ਅੰਦਰ, ਵਿਸ਼ਵਾਸ ਨਹੀਂ ਸੀ, ਭਰੋਸਾ ਨਹੀਂ ਸੀ, ਤੇ ਉਹ ਪ੍ਰਾਪਤੀ ਨਹੀਂ ਕਰ ਸਕੇ। ਸੰਗਤ ਇਸੇ ਲਈ ਕਰਨੀ ਹੈ, ਇਸੇ ਵਾਸਤੇ ਗੁਰੂ ਦੇ ਪਿਆਰਿਆਂ ਕੋਲ ਬੈਠਣਾ ਹੈ। ਗੁਰਬਾਣੀ, ਕਥਾ, ਕੀਰਤਨ, ਸਰਵਣ ਕਰਨੇ, ਨਿਤਨੇਮ ਕਰਨੇ, ਭਜਨ ਕਰਨੇ, ਸੇਵਾ ਕਰਨੀ ਹੈ ਵੀ ਇੰਨੀ ਕੁ ਸਮੱਤ ਬਣੀ ਰਹੇ, ਸਮਾਂ ਸਾਂਭ ਸਕੀਏ। ਜਿਨ੍ਹਾਂ ਨੇ ਸਮਾਂ ਸਾਂਭ ਲਿਆ ਉਹਨਾਂ ਦਾ ਲੋਕ ਪਰਲੋਕ ਸਵਰ ਗਿਆ।
ਦਸਮ ਪਾਤਸ਼ਾਹ ਮਹਾਰਾਜ ਜੀ ਬਹੁਤੇ ਵੱਡੇ ਦਿਆਲੂ, ਬਹੁਤੇ ਹੀ ਮਿਹਰਬਾਨ, ਬਹੁਤੇ ਮਿਹਰਬਾਨ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਅਵਤਾਰ ਧਾਰਿਆ। ਤੁਸੀਂ ਸੱਚੇ ਪਾਤਸ਼ਾਹ ਜੀ ਦੇ ਬਾਲ ਲੀਲਾ ਦੇ ਬੜੇ ਬਚਨ ਸੁਣੇ। ਹੁਣੇ ਸਤਿਕਾਰਯੋਗ ਗਿਆਨੀ ਜੀ ਬਹੁਤ ਬਚਨ ਸੁਣਾ ਰਹੇ ਸਨ। ਸਤਿਗੁਰੂ ਜੀ ਦੇ ਬਚਪਨ ਦੇ ਸਮੇਂ ਦੇ, ਜਦੋਂ ਬੱਚਿਆਂ ਨਾਲ ਖੇਡਾਂ ਕਰਦੇ ਸਨ, ਬੜੀਆਂ ਉਦੋਂ ਦੀਆਂ ਸਾਖੀਆਂ ਨੇ ਸੰਗਤ ਜੀ। ਉਹ ਸਾਖੀਆਂ ਵੀ ਬੜੀਆਂ ਅਸਚਰਜ ਨੇ ਜੀ, ਬੜੀਆਂ ਅਸਚਰਜ। ਖੇਡਦੇ ਖੇਡਦੇ ਵੀ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਵਾਂ ਨੂੰ ਸਮੱਤ ਦੇ ਰਹੇ ਨੇ, ਭਲਾ ਕਰ ਰਹੇ ਨੇ। ਪਟਨਾ ਸਾਹਿਬ ਦੀ ਪਵਿੱਤਰ ਧਰਤੀ, ਬੜਾ ਪੁਰਾਣਾ ਸ਼ਹਿਰ, ਮੰਨਿਆ ਪਰਮੰਨਿਆ ਸ਼ਹਿਰ, ਬੜਾ ਕਾਰੋਬਾਰੀ ਸ਼ਹਿਰ। ਇੱਥੇ ਦੋ ਅਮੀਰ ਭਰਾ ਰਹਿੰਦੇ ਸਨ। ਇੱਕ ਦਾ ਨਾਮ ਕਰੀਮ ਬਖਸ਼, ਦੂਜੇ ਦਾ ਨਾਮ ਰਹੀਮ ਬਖਸ਼ ਸੀਗਾ। ਇਹ ਪੈਸੇ ਵਾਲੇ ਸਨ। ਪੈਸੇ ਵਾਲੇ ਬੰਦੇ ਹਮੇਸ਼ਾ ਹੀ ਸਰਕਾਰ ਦੇ ਨਾਲ ਜੁੜ ਕੇ ਰਹਿੰਦੇ ਆ ਜੀ, ਮੌਕੇ ਦੀ ਸਰਕਾਰ ਨਾਲ, ਤੇ ਸਰਕਾਰ ਵੀ ਪੈਸੇ ਵਾਲਿਆਂ ਦੇ ਨਾਲ ਸਾਂਝ ਰੱਖਦੀ ਹੈ। ਇਹਨਾਂ ਕੋਲ ਪੈਸਾ ਸੀ, ਮੌਕੇ ਦੀ ਸਰਕਾਰ ਨਾਲ ਇਹਨਾਂ ਦਾ ਮੇਲ ਜੋੜ ਸੀ। ਸਰਕਾਰ ਨੇ ਇਹਨਾਂ ਨੂੰ ਨਵਾਬੀ ਦੇ ਦਿੱਤੀ ਜੀ। ਹੁਣ ਤੁਸੀਂ ਸਿਆਣੇ ਹੋ, ਜਿਸ ਬੰਦੇ ਦੇ ਕੋਲ ਪਰਮੇਸ਼ਰ ਦੀ ਭਗਤੀ ਨਹੀਂ, ਉਹਦੇ ਕੋਲ ਪੈਸਾ ਆ ਜਾਵੇ ਤੇ ਉਹਦੇ ਕੋਲ ਕੁਰਸੀ ਆ ਜਾਵੇ ਤਾਂ ਬੰਦਾ ਮਹਾ ਹੰਕਾਰੀ ਹੋ ਜਾਂਦਾ ਜੀ। ਸੇਵਾ ਸਿਮਰਨ ਤੋਂ ਬਿਨਾਂ ਪੈਸਾ ਤੇ ਪ੍ਰਭਤਾ, ਇਹਨੂੰ ਹਜਮ ਕਰਨਾ ਬੜਾ ਔਖਾ ਹੈ, ਬਹੁਤ ਔਖਾ। ਪੈਸੇ ਦਾ ਜ਼ੋਰ ਕੁਰਸੀ ਕੋਲ ਹੈ, ਪ੍ਰਭਤਾ ਹੈ। ਹੁਣ ਇਹਨਾਂ ਦੇ ਅੰਦਰ ਭੁੱਖ ਹੈ ਕਿ ਸਾਰੇ ਲੋਕ ਸਾਡੇ ਅੱਗੇ ਹੱਥ ਜੋੜਨ, ਸਾਰੇ ਸਾਨੂੰ ਸਲਾਮਾਂ ਕਰਨ, ਅਸੀਂ ਕੁਝ ਵੀ ਕਰੀਏ ਕੋਈ ਸਾਡੇ ਤੇ ਕਿੰਤੂ ਪਰੰਤੂ ਨਾ ਕਰੇ। ਅਸੀਂ ਮਾੜਾ ਕਰੀਏ, ਚੰਗਾ ਕਰੀਏ, ਕਿਸੇ ਨੂੰ ਮਾਰੀਏ, ਕਿਸੇ ਨੂੰ ਲੁੱਟੀਏ, ਕਿਸੇ ਨੂੰ ਬਚਾਈਏ, ਕੋਈ ਬੋਲੇ ਨਾ ਸਾਡੇ ਅੱਗੇ ਜੀ। ਇਹ ਕੁਰਸੀ ਇਹੋ ਜਿਹੀ ਹੈਗੀ ਸੰਗਤ ਜੀ, ਜਿਹੜਾ ਵੀ ਬਹਿ ਜਾਂਦਾ ਉਹਦੀ ਬੁੱਧੀ ਇਸ ਤਰ੍ਹਾਂ ਦੀ ਹੋ ਜਾਂਦੀ। ਗੁਰਬਾਣੀ ਦੇ ਅਟੱਲ ਫੈਸਲੇ ਨੇ। ਕੌਣ ਬੰਦਾ ਗੁਰਬਾਣੀ ਦੇ ਬਚਨਾਂ ਦੇ ਉੱਤੇ ਕਿੰਤੂ ਪਰੰਤੂ ਕਰ ਸਕਦਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਰਾਜੰ ਤਾਂ ਮਾਨੰ, ਰਾਜੰ ਤਾਂ ਮਾਨੰ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੀ ਬਾਣੀ ਵਿੱਚ ਹੈ। ਰਾਜੰ ਤਾਂ ਮਾਨੰ, ਰਾਜ ਪਦਵੀ ਬੰਦੇ ਕੋਲ ਆਏਗੀ, ਮਾਣ ਆਏਗਾ ਹੀ ਆਏਗਾ ਜੀ, ਹੰਕਾਰ ਆਏਗਾ ਹੀ ਆਏਗਾ ਜੀ। ਉਹ ਕੋਈ ਹੋਏਗਾ ਕਰੋੜਾਂ ਵਿੱਚੋਂ ਰਾਜਾ ਜਨਕ ਜੀ ਜੈਸਾ, ਪਰ ਉਹ ਰਾਜਾ ਨਹੀਂ ਸੀ, ਉਹ ਪਹਿਲਾਂ ਭਗਤ ਸੀ, ਬਾਅਦ ਵਿੱਚ ਰਾਜਾ ਸੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਮਗਰੋਂ ਸੀ, ਭਗਤ ਪਹਿਲਾਂ ਸੀ ਉਹ ਜੀ। ਇਸ ਵਾਸਤੇ ਉਹਦੇ ਉੱਤੇ ਮਾਇਆ ਦਾ ਅਸਰ ਨਹੀਂ ਸੀ ਹੈਗਾ, ਕੁਰਸੀ ਦਾ ਨਸ਼ਾ ਨਹੀਂ ਸੀ ਉਹਨੂੰ ਹੈਗਾ। ਮਹਾਰਾਜ ਕਹਿੰਦੇ ਰਾਜੰ ਤਾਂ ਮਾਨੰ, ਜ਼ਰੂਰ ਮਾਣ ਆਏਗਾ ਜੀ, ਜ਼ਰੂਰ ਮਾਣ ਆਏਗਾ। ਤੁਸੀਂ ਵੇਖਿਓ, ਥੋੜ੍ਹਾ ਜਿਹਾ ਵੀ ਬੰਦੇ ਨੂੰ ਪਦਵੀ ਮਿਲ ਜਾਵੇ ਰਾਜਸੀ ਪਾਸੇ, ਉਹਦੇ ਢੰਗ ਤਰੀਕੇ ਬਦਲ ਜਾਂਦੇ ਜੀ, ਵੇਖਣ ਦਾ, ਬੋਲਣ ਦਾ ਤਰੀਕਾ, ਹਰ ਗੱਲ ਉਹਦੀ ਬਦਲ ਜਾਂਦੀ ਹੈ। ਰਾਜੰ ਤਾਂ ਮਾਨੰ, ਫਿਰ ਅੱਗੇ ਕੀ ਹੋਏਗਾ ਜੀ? ਅਭਿਮਾਨੰ। ਫਿਰ ਉਹ ਐਵੇਂ ਫੋਕੀ ਆਕੜ ਆਈ ਜਾਏਗੀ ਉਹਦੇ ਵਿੱਚ ਜੀ, ਬੜਾ ਹੰਕਾਰੀ ਹੁੰਦਾ ਜਾਏਗਾ, ਆਕੜਦਾ ਹੀ ਜਾਏਗਾ ਜੀ, ਉਹ ਆਕੜਦਾ ਹੀ ਜਾਏਗਾ। ਕਿੰਨੀ ਵੇਖੋ ਆਕੜ ਜੀ, ਕਦੋਂ ਦੇ ਹਜ਼ਾਰਾਂ ਲੱਖਾਂ ਲੋਕ ਬੈਠੇ ਨੇ, ਜਾਇਜ਼ ਗੱਲ ਕਰ ਰਹੇ ਨੇ ਜੀ, ਇੰਨੀ ਆਕੜ, ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਵੇਖੋ ਜੀ, ਇੰਨੀ ਆਕੜ, ਇੰਨੀ ਆਕੜ। ਜਿਨ੍ਹਾਂ ਲੋਕਾਂ ਦੇ ਘਰ ਘਰ ਮੰਗ ਕੇ, ਮਿੰਨਤਾਂ ਤਰਲੇ ਕਰਕੇ, ਇੱਕ ਇੱਕ ਵੋਟ ਜਿਹੜੀ ਮਿੰਨਤਾਂ ਤਰਲੇ ਕਰ ਕਰਕੇ ਲੈ ਲੈ ਕੇ ਅੱਜ ਰਾਜ ਗੱਦੀ ਮਿਲੀ, ਤੇ ਇੰਨਾ ਹੰਕਾਰ, ਗੱਲ ਸੁਣਨ ਨੂੰ ਨਹੀਂ ਤਿਆਰ ਜੀ। ਇਹਨੂੰ ਕਹਿੰਦੇ ਅਭਿਮਾਨ, ਆਕੜ। ਤੇ ਯਾਦ ਰੱਖਿਓ, ਜਦੋਂ ਬੰਦਾ ਮਰ ਜਾਂਦਾ ਨਾ ਜੀ, ਤੇ ਸਭ ਤੋਂ ਪਹਿਲੀ ਨਿਸ਼ਾਨੀ, ਆਮ ਨਿਸ਼ਾਨੀ ਪਿੰਡਾਂ ਦੇ ਵਿੱਚ ਹੈ, ਕਿਉਂ ਪੇਂਡੂ ਲੋਕ ਵਿਚਾਰੇ ਡਾਕਟਰ ਥੋੜ੍ਹੇ ਹੁੰਦੇ ਜੀ।
ਉੱਥੇ ਮੁੱਖ ਨਿਸ਼ਾਨੀ ਇਹ ਹੈ ਮਰ ਗਿਆ। ਕਹਿੰਦੇ ਕਿਉਂ? ਕਹਿੰਦੇ ਜੀ ਇਹਦਾ ਸਰੀਰ ਆਕੜ ਗਿਆ ਜੀ, ਸਰੀਰ ਆਕੜ ਗਿਆ, ਸਾਰੇ ਅੰਗ ਆਕੜ ਜਾਂਦੇ ਜੀ। ਹਾਂਜੀ, ਮੁੱਖ ਨਿਸ਼ਾਨੀ ਹੈ ਜੀ। ਜਿਹਦੇ ਅੰਦਰ ਆਕੜ ਆ ਗਈ ਸਮਝੋ ਉਹਦੀ ਅੰਦਰ ਦੀ ਜਿਹੜੀ ਜ਼ਮੀਰ ਉਹ ਮਰ ਗਈ ਹੈ ਜੀ, ਮਰ ਗਈ ਉਹਦੀ ਅੰਦਰ ਦੀ ਜ਼ਮੀਰ। ਉਹਨੂੰ ਨਹੀਂ ਦਿਸ ਰਿਹਾ, ਲੋਕ ਠੰਡ 'ਚ ਬੈਠੇ ਨੇ, ਉਹਨੂੰ ਨਹੀਂ ਦਿਸ ਰਿਹਾ ਇਹ ਜਾਇਜ਼ ਗੱਲ ਕਰ ਰਹੇ ਨੇ, ਸਹੀ ਗੱਲ ਕਰ ਰਹੇ ਨੇ, ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਇਸ ਗੱਲ ਦਾ ਹੱਲ ਕਰਨਾ ਚਾਹੀਦਾ। ਆਪਣੇ ਨੇ, ਸਾਡੇ ਭਰਾ ਨੇ, ਅਸੀਂ ਸਾਰੇ ਇੱਕ ਹਾਂ, ਦੇਸ਼ ਵਾਸੀ ਹਾਂ। ਪਰ ਮਾਰੇ ਕਹਿੰਦੇ ਰਾਜੰ ਤਾਂ ਮਾਨੰ ਅਭਿਮਾਨੰ, ਤੇ ਫਿਰ ਅੱਗੇ ਕੀ? ਖੀਣੰ। ਜਦੋਂ ਅਭਿਮਾਨ ਅੰਦਰ ਬਹੁਤ ਜ਼ਿਆਦਾ ਆ ਗਿਆ ਤੇ ਸਮਝੋ ਵੀ ਖਤਮ ਮੇਲਾ ਜੀ। ਇਹ ਹੰਕਾਰ ਜਿਹੜਾ ਇਹ ਬੰਦੇ ਦੇ ਪੱਲੇ ਕੁਝ ਨਹੀਂ ਛੱਡਦਾ ਜੀ। ਤੇ ਗੁਰੂ ਅਰਜਨ ਦੇਵ ਸਾਹਿਬ ਨੇ ਤੇ ਬਹੁਤ ਵੱਡੀ ਗੱਲ ਕਹਿ ਦਿੱਤੀ ਜੀ, ਬਹੁਤ ਵੱਡੀ ਗੱਲ ਕਹਿ ਦਿੱਤੀ ਜੀ, ਬਹੁਤ ਵੱਡੀ ਗੱਲ ਕਹਿ ਦਿੱਤੀ। ਕੀ ਆਖਿਆ ਜੀ? ਜਿਸ ਕੈ ਅੰਤਰ ਰਾਜ ਅਭਿਮਾਨ, ਰਾਜ ਦਾ ਅਭਿਮਾਨ, ਰਾਜ ਦੀ ਆਕੜ, ਮੈਂ ਰਾਜਨਾ ਰਾਜਾ, ਮੈਂ ਹੁਕਮਰਾਨ ਹਾਂ, ਜੋ ਮੈਂ ਕਹਿ ਦਿੱਤਾ ਇਹੀ ਹੋਏਗਾ। ਤੇ ਅਗਲੇ ਬੰਨੇ ਫਿਰ ਮਹਾਰਾਜ ਨੇ ਅਟਲ ਫੈਸਲਾ ਕਰ ਦਿੱਤਾ, ਜਿਸ ਕੈ ਅੰਤਰ ਰਾਜ ਅਭਿਮਾਨ, ਕੀ ਹੋਏਗਾ ਜੀ ਫਿਰ? ਸੋ ਨਰਕ ਪਾਤੀ ਹੋਵਤ ਸੁਆਨ। ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਬੜੀ ਆਕੜ ਹੈ ਜੀ। ਹਾਥੀ ਤੇ ਚੜ੍ਹ ਕੇ ਬੈਠਦੇ ਨੇ ਤੇ ਲੋਕਾਂ ਨੂੰ ਚਾਰ ਚਫੇਰੇ ਡਰਾਇਆ ਧਮਕਾਇਆ, ਲੋਕ ਡਰਦੇ ਸਿਰ ਨਵਾਉਂਦੇ। ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਛੋਟੇ ਛੋਟੇ ਬੱਚਿਆਂ ਦੇ ਜਥੇ ਬਣਾਏ ਤੇ ਖੇਡਾਂ ਕਰਵਾਉਂਦੇ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹ ਸੋਚਦੇ ਹੋਣਗੇ ਬੱਚੇ ਖੇਡਣ ਡਏ ਨੇ ਜੀ, ਪਰ ਪਾਤਸ਼ਾਹ ਮਹਾਰਾਜ ਉਹਨਾਂ ਖੇਡਾਂ ਦੇ ਵਿੱਚ ਵੀ ਬੜੀ ਬੜੀ ਕਲਾ ਵਰਤਾ ਰਹੇ ਨੇ ਜੀ, ਸ਼ਕਤੀ ਵਰਤਾ ਰਹੇ ਨੇ। 5-7 ਵਾਰਾਂ ਉਹ ਲੰਘਦਾ ਵੇਖਿਆ, ਲੋਕ ਵਿਚਾਰੇ ਅੱਗੇ ਪਿੱਛੇ ਹੱਥ ਜੋੜਦੇ, ਮੱਥੇ ਟੇਕਦੇ ਆ। ਮਹਾਰਾਜ ਨੇ ਵੇਖਿਆ ਬੰਦੇ ਬੜੇ ਹੰਕਾਰੀ ਨੇ ਜੀ, ਬੜੇ ਹੰਕਾਰੀ ਨੇ ਜੀ। ਮਹਾਰਾਜ ਨੇ ਆਪਣੀ ਫੌਜ, ਨਿੱਕੀ ਨਿੱਕੀ ਫੌਜ ਸੀ ਨਾ ਜਿਹੜੀ ਬੱਚਿਆਂ ਦੀ, ਮਹਾਰਾਜ ਕਹਿੰਦੇ ਵੀ ਕੱਲ੍ਹ ਜਦੋਂ ਐਂ ਦੀ ਲੰਘੇਗਾ ਨਾ ਹਾਥੀ ਤੇ ਚੜ੍ਹ ਕੇ, ਤੁਸੀਂ ਦੰਦੀਆਂ ਖਰਾਉਣੀਆਂ ਜੇ ਕਹਿੰਦੇ ਇਹਦੇ ਵੱਲ ਵੇਖ ਕੇ। ਤੁਹਾਨੂੰ ਪਤਾ ਹੀ ਆ ਦੰਦੀਆਂ ਖਰਾਉਣ ਦਾ ਕਿਸ ਤਰ੍ਹਾਂ ਖਰਾਈ ਦੀਆਂ, ਨਿੱਕੇ ਹੁੰਦੇ ਆਪਾਂ ਖਰਾਉਂਦੇ ਹੀ ਰਹੇ ਜੀ। ਹਾਂਜੀ, ਦੰਦੀਆਂ ਖਰਾਉਣੀਆਂ, ਅਗਲੇ ਨੂੰ ਚੜਾਉਣਾ ਜੀ, ਹੋਰ ਤਰ੍ਹਾਂ ਦਾ ਮੂੰਹ ਬਣਾ ਕੇ ਦੰਦ ਜੇ ਕੱਢ ਕੇ ਨਾ ਜੀ ਉਹਨੂੰ ਚੜਾਉਣਾ ਜੀ, ਮਤਲਬ ਉਹਨੂੰ ਗੁੱਸਾ ਚੜਾਉਣਾ ਜੀ। ਮਹਾਰਾਜ ਕਹਿੰਦੇ ਤੁਸੀਂ ਦੰਦੀਆਂ ਖਰਾਉਣੀਆਂ ਇਹ ਕਰਨਾ ਜਦੋਂ ਲੰਘੇ, ਤੇ ਘੱਟਾ ਡਾਉਣਾ ਤੁਹਾਂ ਸਾਰਿਆਂ ਨੇ, ਤੇ ਪਿੱਠ ਕਰਕੇ ਖਲੋਣਾ ਉਹਦੇ ਵੱਲ। ਹਾਂਜੀ, ਜਦੋਂ ਇਹ ਸਾਰਾ ਕੁਝ ਹੋਇਆ ਨਾ ਜੀ, ਉਹ ਸੜ ਬੜ ਕੇ ਕੋਲਾ ਹੋ ਗਿਆ। ਹੰਕਾਰੀ, ਹੰਕਾਰੀ ਕਿੱਥੇ ਬਰਦਾਸ਼ਤ ਕਰਦਾ ਜੀ। ਹਾਂਜੀ, ਸੜ ਬੜ ਕੇ ਕੋਲਾ ਹੋ ਗਿਆ। ਉਹ ਪੁੱਛਦਾ ਆਪਣੇ ਬੰਦਿਆਂ ਨੂੰ, ਅਫਸਰਾਂ ਨੂੰ, ਵੀ ਕੌਣ ਨੇ? ਉਹਨੇ ਆਖਿਆ ਜੀ ਪਟਨੇ ਸਾਹਿਬ ਦੇ ਬੱਚੇ ਨੇ, ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਬੱਚੇ ਨੇ। ਇਹਨਾਂ ਵਿੱਚ ਇੱਕ ਜਿਹੜਾ ਬੱਚਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਸਾਹਿਬਜ਼ਾਦਾ ਹੈ। ਉਹਨੇ ਆਖਿਆ ਫਿਰ ਇਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਇਹਨਾਂ ਦੇ ਘਰੀ ਸਿਨੇ ਭੇਜ ਦਿਓ, ਕੱਲ੍ਹ ਨੂੰ ਮੇਰੇ ਕੋਲ ਪੇਸ਼ ਕਰਨ, ਇਹਨਾਂ ਨੂੰ ਸਜ਼ਾ ਦੇਣੀ ਹੈ। ਇਹਨਾਂ ਨੇ ਮੇਰਾ ਨਰਾਦਰ ਕੀਤਾ। ਕਮਾਲ ਦੀ ਗੱਲ, ਇੰਨਾ ਵੀ ਬਰਦਾਸ਼ਤ ਨਹੀਂ ਵੀ ਨਿੱਕੇ ਨਿੱਕੇ ਬੱਚੇ ਹੱਸਣ ਖੇਡਣ ਡੇ ਨੇ, ਉਹਨਾਂ ਨੂੰ ਜਰਿਆ ਜਾਵੇ। ਇੰਨਾ ਹੰਕਾਰ, ਇੰਨੀ ਆਕੜ। ਦਿਨੇ ਸਭਨਾਂ ਦੇ ਘਰੀ ਸਿਨੇ ਪਹੁੰਚ ਗਏ ਜੀ। ਛੋਟੇ ਛੋਟੇ ਬੱਚਿਆਂ ਦੇ ਪਰਿਵਾਰ ਧੰਨ ਮਾਤਾ ਗੁਜਰੀ ਸਾਹਿਬ ਕੋਲ ਆਏ, ਕਹਿਣ ਲੱਗੇ ਜੀ ਸਾਡੇ ਬੱਚਿਆਂ ਦਾ ਤਾਂ ਕਸੂਰ ਕੋਈ ਨਹੀਂ, ਤੁਹਾਡੇ ਸਾਹਿਬਜ਼ਾਦੇ ਜੋ ਕਹਿੰਦੇ ਉਸ ਤਰ੍ਹਾਂ ਸਾਡੇ ਬੱਚੇ ਕਰਦੇ ਆ। ਨਵਾਬ ਦਾ ਸਿਨੇਹਾ ਆ ਗਿਆ, ਪਤਾ ਨਹੀਂ ਕੱਲ੍ਹ ਨੂੰ ਕੀ ਕਰੇ। ਤੇ ਮਾਤਾ ਜੀ ਕਹਿਣ ਲੱਗੇ ਲਾਲ ਜੀ ਕੀ ਕਰ ਆਏ ਜੇ? ਆ ਸਾਰੇ ਡਰੇ ਪਏ ਨੇ, ਘਬਰਾਏ ਪਏ ਨੇ। ਮਹਾਰਾਜ ਹੱਸਦੇ ਕਹਿਣ ਲੱਗੇ ਘਬਰਾਓ ਨਾ, ਡਰੋ ਨਾ, ਘਬਰਾਓ ਨਾ, ਡਰੋ ਨਾ, ਕੱਲ੍ਹ ਆ ਤੇ ਲੈਣ ਦਿਓ, ਵੇਖੋ ਕੀ ਬਣਦਾ ਕੱਲ੍ਹ ਨੂੰ, ਕੱਲ੍ਹ ਆਉਣ ਤੇ ਦਿਓ। ਮਹਾਰਾਜ ਕਹਿਣ ਲੱਗੇ ਰਾਤ ਨੂੰ
ਇਹ ਹੰਕਾਰੀ ਕਰੀਮ ਬਖਸ਼ ਸੀਗਾ। ਇਹ ਕਰੀਮ ਬਖਸ਼ ਜਿਹੜਾ ਭਰਾ ਤੇ ਦੋਵੇਂ ਇੱਕੋ ਜਿਹੇ ਸਨ, ਇਹ ਇਕੱਲਾ ਸੀ ਜਿੱਦਣ ਇਹ ਘਟਨਾ ਹੋਈ। ਕਰੀਮ ਬਖਸ਼ ਰਾਤ ਨੂੰ ਸੌਣ ਵਾਸਤੇ ਆਪਣੇ ਆਰਾਮ ਵਾਲੇ ਕਮਰੇ ਵਿੱਚ ਗਿਆ, ਲੰਮਾ ਪਿਆ। ਥੋੜ੍ਹੀ ਜਿਹੀ ਅੱਖ ਲੱਗੀ, ਕਿਸੇ ਗੈਬੀ ਸ਼ਕਤੀ ਨੇ ਨਾ ਜੀ ਗਲ ਘੁੱਟਿਆ ਜੀ ਇਹਦਾ ਜੀ। ਛੇਤੀ ਨਾਲ ਉੱਠਿਆ ਜੀ, ਬੜਾ ਘਬਰਾਇਆ, ਬੜਾ ਡਰਿਆ। ਛੇਤੀ ਨਾਲ ਕਹਿੰਦਾ ਵੈਦ ਬੁਲਾਓ। ਵੈਦ ਬੁਲਾਏ। ਉਹਨਾਂ ਨਬਜ਼ਾਂ ਵੇਖਿਆ। ਕਹਿੰਦੇ ਜੀ ਬਿਮਾਰੀ ਕੋਈ ਨਹੀਂ ਹੈਗੀ, ਰੋਗ ਕੋਈ ਨਹੀਂ ਹੈਗਾ, ਦਵਾਈ ਤੇ ਤਾਂ ਦਈਏ ਜੇ ਕੋਈ ਬਿਮਾਰੀ ਹੋਵੇ ਤੇ। ਉਹਨਾਂ ਦੱਸਿਆ, ਸਮਝਾਇਆ, ਕੋਈ ਗੱਲ ਨਹੀਂ, ਆਰਾਮ ਕਰੋ। ਫੇਰ ਇਹ ਲੰਮਾ ਪਿਆ ਜੀ। ਅਜੇ ਅੱਖ ਲੱਗਣ ਲੱਗੀ ਤੇ ਫੇਰ ਧੌਣੋਂ ਨੱਪ ਲਿਆ ਜੀ। ਫੇਰ ਕਹਿਣ ਲੱਗਾ ਵੀ ਛੇਤੀ ਛੇਤੀ ਜੋਤਸ਼ੀ ਨੂੰ ਬੁਲਾਓ ਜੀ, ਸਿਆਣੇ ਸੱਦੋ ਜੀ, ਬੜਾ ਵੱਡਾ ਖਤਰਾ ਪੈਦਾ ਹੋ ਗਿਆ। ਬੈਠੇ ਸਾਰੇ ਜਣੇ, ਗੱਲਬਾਤ ਚੱਲੀ। ਉਹ ਕਹਿਣ ਲੱਗੇ ਜੀ ਕੋਈ ਇਹੋ ਜਿਹੀ ਗੱਲ ਦਿਖਾਈ ਨਹੀਂ ਦੇ ਰਹੀ ਕੋਈ, ਤੇ ਕੋਈ ਚੇਤੇ ਕਰੋ ਕੋਈ ਇਹਨਾਂ 2-4 ਦਿਨਾਂ 'ਚ ਕੋਈ ਘਟਨਾ ਹੋਈ ਹੋਵੇ, ਕੋਈ ਇਹੋ ਜਿਹੀ ਕੋਈ ਗੱਲ ਹੋ ਗਈ ਹੋਵੇ, ਆਪਾਂ ਲੱਭੀਏ ਕਾਰਨ ਕੀ ਹੈ ਜੀ। ਗੱਲਾਂ ਕਰਦਿਆਂ ਕਰਦਿਆਂ ਗੱਲ ਇਹ ਲੱਭੀ ਵੀ ਕੱਲ੍ਹ ਸਵੇਰੇ ਮੈਂ ਹਾਥੀ 'ਤੇ ਜਾ ਰਿਹਾ ਸੀ ਤੇ ਬੱਚਿਆਂ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ। ਮੈਂ ਆਖਿਆ ਮੇਰੇ ਪੇਸ਼ ਕਰੋ, ਤੇ ਉਹਨਾਂ ਬੱਚਿਆਂ ਦੇ ਵਿੱਚ ਗੁਰੂ ਜੀ ਦਾ ਸਪੁੱਤਰ ਹੈ ਸਾਹਿਬਜ਼ਾਦਾ, ਜਿਹੜਾ ਆਗੂ ਹੈ ਉਹਨਾਂ ਦਾ। ਉਹਦੇ ਵਿੱਚ ਫਿਰ ਜਿਹੜੇ ਸਿਆਣੇ ਪੜ੍ਹੇ ਲਿਖੇ ਵਿਦਵਾਨ ਜੋਤਸ਼ੀ ਸਨ, ਉਹ ਤੇ ਰੋਜ਼ ਹੀ ਸੁਣਦੇ ਸੀ ਮਹਾਰਾਜ ਦੀਆਂ ਗੱਲਾਂ, ਰੋਜ਼ ਹੀ ਸੁਣਦੇ ਸਨ। ਪਟਨੇ ਸਾਹਿਬ ਦੇ ਵਿੱਚ ਜੋ ਜੋ ਕ੍ਰਿਸ਼ਮੇ ਹੁੰਦੇ ਸੀਗੇ, ਉਹ ਕਹਿਣ ਲੱਗੇ ਨਵਾਬ ਜੀ ਤੁਹਾਡੇ ਕੋਲ ਬੜੀ ਵੱਡੀ ਭੁੱਲ ਹੋਈ ਆ। ਗੁਰੂ ਨਾਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਉਹਨਾਂ ਬੱਚਿਆਂ ਨੂੰ ਖਿਡਾਉਂਦੇ ਨੇ, ਉਹ ਬੱਚੇ ਉਹਨਾਂ ਦੇ ਆਗਿਆਕਾਰ ਨੇ, ਤੇ ਇਹ ਤੁਹਾਡੇ ਕੋਲੋਂ ਭੁੱਲ ਹੋਈ, ਇਹ ਕੁਦਰਤ ਨੇ ਬਰਦਾਸ਼ਤ ਨਹੀਂ ਕੀਤੀ। ਇਹ ਕੁਦਰਤੀ ਸਜ਼ਾ ਤੁਹਾਨੂੰ ਮਿਲੀ ਆ, ਜਿਹੜਾ ਛੋਟੇ ਛੋਟੇ ਬੱਚਿਆਂ ਨੂੰ ਸਜ਼ਾ ਦੇਣ ਵਾਸਤੇ ਤੁਸੀਂ ਇਹ ਆਪਣਾ ਆਰਡਰ ਜਾਰੀ ਕੀਤਾ ਹੈ। ਇਹ ਤੁਹਾਡੇ ਕੋਲ ਬਹੁਤ ਭੁੱਲ ਹੋਈ ਆ। ਕਿਉਂ? ਨਾਵੇਂ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਜਿਹੜੇ ਉਹ ਬੜੀਆਂ ਵੱਡੀਆਂ ਤਾਕਤਾਂ ਦੇ ਮਾਲਕ ਨੇ। ਕਹਿਣ ਲੱਗਾ ਜੀ ਹੁਣ ਫਿਰ ਕੀ ਹੋਵੇ? ਉਹਨਾਂ ਨੇ ਸਲਾਹ ਦਿੱਤੀ ਵੀ ਹੁਣ ਇਹ ਆ ਵੀ ਦਿਨ ਚੜ੍ਹੇ, ਫਲ ਫਰੂਟ ਲੈ ਕੇ, ਚੰਗੀਆਂ ਚੰਗੀਆਂ ਵਸਤੂਆਂ ਲੈ ਕੇ, ਜਿਹੜੀਆਂ ਵਸਤੂਆਂ ਬੱਚੇ ਖੁਸ਼ ਹੋ ਕੇ ਖਾਂਦੇ ਆ ਨਾ ਜੀ, ਇਹੋ ਜਿਹਾ ਸਾਰਾ ਸਮਾਨ ਲੈ ਕੇ ਤੇ ਗੁਰੂ ਮਹਾਰਾਜ ਦੇ ਘਰ ਜਾਇਆ ਜਾਵੇ ਤੇ ਉਹਨਾਂ ਕੋਲੋਂ ਮਾਫੀ ਮੰਗੀ ਜਾਵੇ, ਫਿਰ ਮਸਲਾ ਹੱਲ ਹੋਏਗਾ, ਨਹੀਂ ਤੇ ਕੰਮ ਖਰਾਬ ਆ ਜੀ। ਸਵੇਰੇ ਮਹਾਰਾਜ ਸੂਰਜ ਚੜ੍ਹਨ ਤੋਂ ਪਹਿਲਾਂ ਕਰੀਮ ਬਖਸ਼ ਸਾਜੋ ਸਮਾਨ ਚੁੱਕਿਆ, ਕਈ ਕੁਝ ਲਿਆ ਤੇ ਮਹਾਰਾਜ ਦੇ ਦਰਵਾਜ਼ੇ ਅੱਗੇ ਜਾ ਕੇ ਖੜੇ ਹੋ ਗਏ ਜੀ। ਹਾਂਜੀ, ਸੁਨੇਹਾ ਭੇਜਿਆ ਅੰਦਰ, ਸਾਰੀ ਗੱਲ ਦੱਸੀ। ਮਾਤਾ ਜੀ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਆਏ। ਬਸ ਜੀ ਵੇਂਦਿਆਂ ਸਾਰੀ ਪੈਰਾਂ ਤੇ ਡਿੱਗ ਪਿਆ ਜੀ। ਕਹਿਣ ਲੱਗਾ ਮੈਨੂੰ ਬਖਸ਼ ਲਓ। ਮਹਾਰਾਜ ਕਹਿਣ ਲੱਗੇ ਕਰੀਮ ਬਖਸ਼, ਬੰਦਾ ਬਹੁਤ ਸਾਰੇ ਪੁੰਨ ਕਰੇ ਤੇ ਫਿਰ ਉਹਨੂੰ ਧਨ ਪਦਾਰਥ ਮਿਲਦਾ ਜੀ। ਬੰਦੇ ਦੀ ਕੋਈ ਪਿਛਲੇ ਜਨਮਾਂ ਦੀ ਭਗਤੀ ਹੋਵੇ ਥੋੜ੍ਹੀ ਬਹੁਤੀ, ਤੇ ਫਿਰ ਉਹਨੂੰ ਇੱਜ਼ਤ ਮਾਣ ਸਨਮਾਨ ਮਿਲਦਾ। ਕਹਿਣ ਲੱਗੇ ਤੈਨੂੰ ਇਹ ਸਾਰਾ ਕੁਝ ਮਿਲਿਆ ਤੇ ਤੈਨੂੰ ਅਸੀਂ ਵੇਖਦੇ ਸਾਂ ਰੋਜ਼ ਦਿਹਾੜੀ, ਇੰਨਾ ਹੰਕਾਰ, ਇੰਨਾ ਹੰਕਾਰ। ਫਿਰ ਅਸੀਂ ਸੁਣਿਆ ਵੀ ਆ ਵੀ ਧੱਕੇਸ਼ਾਹੀ ਵੀ ਤੂੰ ਰੱਜ ਕੇ ਕਰਦਾ, ਜ਼ੁਲਮ ਵੀ ਕਰਦਾ ਹੈ। ਮਹਾਰਾਜ ਕਹਿਣ ਲੱਗੇ ਗੁਰੂ ਘਰੋਂ ਸਦਾ ਮੁਆਫੀ ਹੈ, ਆਪਣੇ ਆਪ ਨੂੰ ਬਦਲੋ, ਨਿਮਰਤਾ ਵਿੱਚ ਲਿਆਓ, ਹੰਕਾਰ ਛੱਡੋ। ਜੇ ਕੋਈ ਥੋੜ੍ਹੀ ਬਹੁਤੀ ਪਦਵੀ ਕੋਲ ਹੈਗੀ ਤੇ ਲੋਕਾਂ ਨੂੰ ਸੁੱਖ ਦਿਓ, ਭਲਾ ਕਰੋ ਦੁਨੀਆ ਦਾ। ਲੋਕੀ ਹੈਰਾਨ ਹੋ ਗਏ, ਛੋਟੀ ਜਿਹੀ ਉਮਰ ਤੇ ਏਡੀਆਂ ਕਮਾਲ ਦੀਆਂ ਗੱਲਾਂ, ਇੰਨੀਆਂ ਨਧੜਕਪਣੇ ਵਿੱਚ ਗੱਲਾਂ ਹੈ ਕਿ ਨਵਾਬ ਸਾਹਮਣੇ ਖੜਾ ਹੈ, ਉਹਨੂੰ ਜਿਤਨਾ ਮੁਜਰਮ ਨੂੰ ਸਮਝਾਈਦਾ ਇਸ ਤਰ੍ਹਾਂ ਸਮਝਾ ਰਹੇ ਨੇ ਮਹਾਰਾਜ। ਜ਼ੁਲਮ ਨਹੀਂ ਕਰੀਦਾ, ਪਾਪ ਨਹੀਂ ਕਰੀਦਾ, ਰੱਬ ਦੇ ਜੀਆਂ ਨੂੰ ਡਰਾਈ ਧਮਕਾਈਦਾ ਨਹੀਂ। ਕਹਿਣ ਲੱਗੇ ਇੰਨਾ ਹੰਕਾਰ, ਛੋਟੇ ਛੋਟੇ ਬੱਚਿਆਂ ਨੂੰ ਵੀ ਬਰਦਾਸ਼ਤ ਨਹੀਂ ਕੀਤਾ, ਆਰਡਰ ਚਾੜ ਦਿੱਤਾ ਸਜ਼ਾ ਦੇਣੀ, ਮੇਰੇ ਪੇਸ਼ ਕਰੋ। ਤੈਨੂੰ ਪਤਾ ਨਹੀਂ ਉੱਤੇ ਰੱਬ ਦੀ ਤਾਕਤ ਬੜੀ ਵੱਡੀ ਹੈਗੀ ਆ। ਬੰਦਾ ਤੇ ਕੱਖ ਵੀ ਨਹੀਂ ਹੈਗਾ, ਬੁਲਬੁਲੇ ਸਮਾਨ ਹੈਗਾ, ਐਵੇਂ ਆਕੜਿਆ ਫਿਰੇ
उत्ते अकाल पुरख की शक्ति बहुत वड्डी है। महाराज कहते अगों वास्ते तौबा कर, किसी नूं लुटना नहीं, किसी ते जुल्म नहीं करना, किसी प्रति बुरा नहीं सोचना। गल कि उस खेड दे विच महाराज ने ऐसी लीला वरताई, ਉਹਦਾ जीवन सवर गया तो पटना निवासी सुखी हो गए सारे जी। माड़ा बंदा माया धारी राजनीतिक सारे इलाके नूं सारे देश नूं दुखी कर दिंदा जी। उस बंदे दे सुधरन दे नाल सारे पटने वाले सुखी हो गए जी। तो ਉਹਦਾ जीवन सवार दिता, ਉਹਨੂੰ महाराज ने सेवा विच ला दिता, परोपकारी ला दिता। खेडां करदे करदे भी लोगों के जीवन सवारी जा रहे हैं। आखो गज के धन गुरु गोबिंद सिंह साहब, धन गुरु गोबिंद सिंह साहब जी। महाराज थोड़े जे होर शरीरक अवस्था विच उम्र विच वड्डे होए ते तीर कमान दे नाल खेडां करदे ने। एक बजुर्ग माई पानी का घड़ा भरिया है, आ रही अपने घर नूं, महाराज ने तीर मारिया जी, घड़े दे विच वज्जा जी तीर। जो घड़े विच तीर वज्जा, तीर तो विचे ही रहा घड़े दे जी। क्यों तीर का अगला पासा चौड़ा हुंदा जी, है जी। तीर विचे ही रहा, घड़े च मोरी हो गई तो पानी वगना शुरू हो गया जी। जिन्ना कि विचों थोड़ा थोड़ा जगह मिली, पानी सिम रहा जी। सिर ते पानी का घड़ा ते ओ माता धन माता गुजरी साहब को आमा देण वास्ते आई। माता जी आ वेखो तुहाडे साहिबजादे ने की कीता। जे किते ने जाड़िए थोड़ा जा तीर थले हो जाता, मेरी अख भी पाट सकती ही, मूँह भी पाट सकता सी, छाती च भी वज सकता सी, कुछ भी हो सकता सी। अब वेख लो तुहाडा साहिबजादा की करदा। माता जी कहने लगे कोई नहीं गुस्सा ना कर, मैं तेनों नवा लै देंगी। कहती जी समझाओ अगों वास्ते, कोई चंगी गल थोड़ी आ, समझाओ, मेरे सामने ताड़ ना करो। माता जी ने सिन्हा भेजा तो माता जी कहने लगे लाल जी आ की कीता जे? गरीबनी दे घड़े च तीर मारिया जे, वेखो पानी विचों सिमन ला पिया। आखो गज के धन गुरु गोबिंद सिंह साहब। मार कहने लगे माता जी मैं तो इन्हां दी जान बचाई, इन्हां दा परिवार बचाया। माता जी कहते भी वो किस तरह? कहन लगे इनू भोली नू पता नहीं, इन्हें जो पानी भरिया ना गंगा दे विचों तो वेख्या नहीं, विच सप आ गया, घड़े दे विच सप है। जिहड़ा मैं तीर मारिया सीधा सप दी सिरी विच वज्जा, तीर भी विचे आ ते सप भी विचे, घड़े नू विच वेख लो तुसीं घड़े दे। तो जदों वेख्या ना जी सचमुच घड़े दे विच पानी च सप, ते तीर सीधा सप दी सिरी च वज्जा जी। तो माई उस वे हथ जोड़ के पैरों ते डिग पई, धन महाराज सानू बचा लिया तुसां, जिहड़ा हथ पाउंदा उसे नूं उदन दी वढ़ सकदा सी। पानी अजकल वांगू पानी नूं घड़ियां नूं टूटियां थोड़ियां लगियां हुंदियां जी, ढक्कन ला के विचों ही पानी भरदे हुंदे सी जी। वो माई तो शुकराना ही करी जाए, धन्नवाद ही करी जाए, महाराज तुहां सानू बचा लिया। वेखो कौतक सच्चे पातशाह दे है जी। करदे खेडां ने पर किन्ने वड्डे वड्डे महान करिश्मे ने जी। अवतारी पुरुषां दीयां खेडां कोई आम बच्चियां वालियां खेडां नहीं हुंदियां, ते इतिहास बनना है, इहदे विच बड़ियां वड्डियां वड्डियां गल्लां हुंदियां ने। थोड़े जे बचन मैं तुहाडे नाल होर सांझे करा। आखो गज के धन गुरु गोबिंद सिंह साहब, धन गुरु गोबिंद सिंह साहब जी। आनंदपुर साहब महाराज ने बड़ा वड्डा मेला लाउण दी इजाजत दिती। दूर दूर तक हुक्मनामे गए, हज़ारां संगत आनंदपुर साहब आई। जिथे चंगे लोग इकट्ठे हुंदे ने जी, उत्थे फिर दूजी पार्टी भी आ जाती है जी। उन्होंने सदी दा तो नहीं, आपे ही आ जाते जी। महाराज बैठे, एक प्रेमी आया, कहता सच्चे पातशाह मैं तो लुटिया गया। मारे कहते की गल होई? कहता जी मेरा खीसा कट लिया, मैं तो बसा किराए जोगे पैसे जेब च रखे सीगे, रस्ते का खर्चा रखिया सी, खीसा कट लिया किसी ने। मारे कहते बह जा। उन्हें चनू एक बीबी आ गई, महाराज मेरी पूरी दी पूरी गठड़ी चुक ली किसी ने।
वो किन्ने जने दस्सण वास्ते आ गए। महाराज कहन लगे भाई दया सिंह ये संगतां सत्संग करन वास्ते आईयां ने, गुरु घर विच आईयां ने, इन्हां नूं कुछ बंदे लुट रहे ने, ये बड़ी परेशानी वाली गल हो गई, इन्हां बंदिआं नूं पकड़िए। भाई दया सिंह जी कहते भी किस तरह फड़े जा सकते, हुण कोई पता होवे किसी दा तां ही आ। महाराज कहन लगे 20 बंदे मेले दे विच ने, गुलाबी रंग दे उन्हां लीड़े पाए आ, मत्थे ते टिके लाए ते गाल विच रुद्राक्ष दीआं मोटियां माला पाईआं ने जी। ठग्गां दे कोल बड़े तजर्बे हुंदे जी, इन्हां दा रोज़ दा काम हुंदा जी। महाराज कहंदे 20 जने ही ते गुलाबी रंग दे लीड़े ही, हाँ जी, ते रुद्राक्ष दीआं माला ते मत्थे ते लाए टिक, उन्होंने टिके, जिथे जिथे खिलरे लभदा जावे पकड़ के लई आ। 20 जने भाई दया सिंह जी ने घेर लिआंदे महाराज दे कोल, ते जिहड़ा सब तो अगे ही ना, महाराज उन्होंने कहन लगे भी आ जिहड़ा प्रेमी बैठा कहन दिया मेरा खीसा कटिया गया, इहदा खीसा तूं कटिया? कहंदा राम 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 राम। कहंदा असीं इहो जे काम करदे, तुहानूं दिसदा नहीं साडा है? असीं खानदानी कहंदा पंडित विद्वान कथा वार्ता करन वाले, मेरा प्यो कहंदा काशी तो पढ़ के आया, मैं कहंदा काशी तो विद्या पढ़ के आया, तुहानूं असीं इस तरह दे दिसदे आ? राम 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 राम। महाराज कहंदे असीं तैनूं भी जाणदे ते तेरे प्यो नूं भी जाणदे आ। आखो गज के धन गुरु गोबिंद सिंह जी। तैनूं भी जाणदे, तेरे प्यो नूं जाणदे, तेरा प्यो चोरां दे गिरोह दा आगू सी। मारे कहन लगे किसे महापुरख दे डेरे तो तेरे प्यो ने मझां चोरी कीतियां, मझां चोरी करके लेके घर नूं जांदे नूं सप लड़िया तो मर गया। मारे कहंदे तेरे प्यो नूं भी असीं जाणदे आ, तैनूं भी जाणदे, तूं जिहो जिहा हैगा है, ते बंदे दा पुੱਤ बन के ते पैसे इत्थे रख, जिहड़ी इहदी जेब कट्टी वो कंब गया जी, कंब गया। दूजे दी वारी आई, तीजे दी वारी आई, सारियां दी पुछ-गिछ होई, सारियां दे कोलों समान बरामद होया, जिहदा हैगा सी उहनूं दवाया, ते फिर इन्हां नूं चोरां नूं सारियां नूं कोल बिठा के ना जी सच्चे पातशाह ने मेहर दी निगाह पाई ते उपदेश दिता, रब ने तुहानूं बंदे बनाया, कोई सेवा करो, सिमरन करो, परोपकार करो, असीसां लो रब दे जियां दियां, ये किहड़े काम लगे जे, किहड़े काम लगे जे? परमेश्वर अकाल पुरख जान को देत, मुख मसला तो यही है ना, फिर रोटी वास्ते करन रहे हाँ। महाराज कहते भरोसा रखो, जान को देत, अजान को देत, जमीन को देत, जमान को दह, काहे को डोलत है तुमरी सुध, सुंदर श्री पदमा पत लय। गुरु महाराज दे बचनां दे विच इन्ना रस, इन्ना प्यार, इन्नी भावना। उसे वेले चरनां ते सीस रख के कहन लगे तौबा कीती, कदे जिंदगी च मुड़ चोरी नहीं करांगे, मुड़ चोरी नहीं करांगे। महाराज ने किड्डी मेहर कीती, वो सारे हथ जोड़ के कहंदे जी सानू अपने सिख बना लो, सिख बना लो अपने, ते किरपा करो इत्थे संगत जी रख लो, असीं बड़े पाप कीते जे, बड़े लोकां दीयां बद सीसां लईआं, जे अज हुण साडे ते मेहर कीती जे ते सानू सदा सदा वास्ते हुण अपने ही बना लो। महाराज कमाल दी गल, एडे विगड़े होए बंदे सतगुर दी दृष्टि विच आ गए, चोरां तो साध बन गए जी। आखो गज के धन गुरु गोबिंद सिंह जी। तारिया ही है सच्चे पातशाह ने, तारिया ही है जी। महाराज बैठे, एक साधां दा, नकली साधां दा टोला आ गया जी, बड़ा तगड़ा, गटियां तक उन्हें झग्गे सुटे जी, चिप्पियां हथ विच फड़ियां, मोटियां मोटियां मुंदरां पाइयां कन्नां विच, ते महाराज दे कोल आके बह गए जी। महाराज कहंदे आओ जी आया नूं, कित्थों आए हो जी? परमेश्वर की सृष्टि वेखते फिरदे आ, अकाल पुरख ने दाते ने सृष्टि बनाई, दर्शन करी दे, तीर्थ यात्रा करी दी आ, भोजन छक के परमेश्वर की भगती करी दी आ।
ਤੇ ਮਹਾਰਾਜ ਕਹਿੰਦੇ ਹੁਣ ਕੀ ਫੁਰਨਾ, ਕਹਿੰਦੇ ਜੀ ਹੁਣ ਕੁਝ ਦਿਨ ਇੱਥੇ ਰਵਾਂਗੇ, ਤੁਹਾਡੇ ਕੋਲ ਦਰਸ਼ਨ ਮੇਲੇ ਕਰਾਂਗੇ। ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਇਹਨਾਂ ਦੀਆਂ ਚਿੱਪੀਆਂ ਫੜ ਕੇ ਅੰਦਰ ਰੱਖ ਲਓ, ਇਹਨਾਂ ਕੁਝ ਦਿਨ ਇੱਥੇ ਰਹਿਣਾ ਹੈ, ਇਹਨਾਂ ਦੀਆਂ ਚਿੱਪੀਆਂ ਇੱਥੇ ਰੱਖ ਲਓ। ਭਾਈ ਦਇਆ ਸਿੰਘ ਜੀ ਜਦੋਂ ਚਿੱਪੀਆਂ ਲੈ ਗਏ ਨਾ ਜੀ ਅੰਦਰ ਰੱਖਣ ਨੂੰ, ਤੇ ਮਹਾਰਾਜ ਕਹਿੰਦੇ ਵੀ ਚਿੱਪੀਆਂ ਵਿੱਚ ਕੋਈ ਜ਼ਰੂਰੀ ਚੀਜ਼ ਤਾਂ ਨਹੀਂ ਹੈਗੀ, ਮੁੜ ਕੇ ਐਸਾ ਨਾ ਹੋਵੇ ਮੁੜ ਤੁਹਾਨੂੰ ਲੋੜ ਹੋਵੇ ਤੁਸੀਂ ਲੱਭਦੇ ਫਿਰੋ ਤੇ ਮਿਲੇ ਨਾ, ਹੈ ਕੋਈ ਧਨ ਪਦਾਰਥ ਕੋਈ ਮਾਇਆ ਤੋਂ ਲਾਗਲਾ ਝੋਲੀ ਚੁੱਕ ਸੀ ਨਾ ਜਿਹੜਾ ਉਹਨਾਂ ਨੇ ਆਪਣਾ ਮੁਖੀ ਬਣਾਇਆ, ਉਹਦਾ ਨਾਮ ਸੀ ਸਰਦਾਨੰਦ। ਸਰਦਾਨੰਦ ਨੇ 5-7 ਨਾਲ ਰਲਾਏ ਸੀ ਲੋਟੂ ਮਹਿਕਮਾ ਜੀ, ਜਿਸ ਤਰ੍ਹਾਂ ਅੱਜ ਕੱਲ੍ਹ ਵੀ ਬੜਿਆਂ ਨੇ ਰਲਾਏ ਨਾਲ ਜੀ। ਉਹ ਝੋਲੀ ਚੁੱਕ ਕਹਿੰਦਾ ਰਾਮ 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 ਰਾਮ। ਮਹਾਰਾਜ ਸਾਡੇ ਗੁਰੂ ਜੀ ਪੂਰਨ ਬ੍ਰਹਮ ਗਿਆਨੀ ਨੇ, ਸਾਡੇ ਗੁਰੂ ਜੀ 13 ਸਾਲ ਕੈਲਾਸ਼ ਪਰਬਤ 'ਤੇ ਭਗਤੀ ਕਰਕੇ ਆਏ ਨੇ, ਗੱਲਾਂ ਬੜੀਆਂ ਨੇ ਬਣਾਈਆਂ ਹੁੰਦੀਆਂ ਜੀ। ਮਹਾਰਾਜ ਦੇ ਪੈਸੇ ਨੂੰ ਹੱਥ ਨਹੀਂ ਲਾਉਂਦੇ, ਬਾਲ ਬ੍ਰਹਮਚਾਰੀ ਨੇ। ਜਦੋਂ ਉਹ ਝੋਲੀ ਚੁੱਕ ਕੇ ਇਸ ਤਰ੍ਹਾਂ ਬੋਲੇ ਤੇ ਮਹਾਰਾਜ ਜ਼ੋਰ ਜ਼ੋਰ ਦੀ ਹੱਸਣ ਲੱਗ ਪਏ ਜੀ। ਮਹਾਰਾਜ ਨੂੰ ਤੇ ਦੱਸਣ ਡਿਆ ਕੀ ਹੈਗਾ ਜੀ। ਹਾਂਜੀ ਹੁਣ ਵੇਖੋ ਨਾ, ਤੁਸੀਂ ਕਿਸੇ ਬੰਦੇ ਨੂੰ ਜਾਣਦੇ ਹੋ ਵੀ ਠੱਗ ਹੈ ਜੀ, ਤੋ ਠੱਗ ਤੁਹਾਨੂੰ ਜਦੋਂ ਗਿਆਨ ਦੀਆਂ ਗੱਲਾਂ ਸੁਣਾਓ ਤੇ ਤੁਸੀਂ ਹੱਸਣਾ ਹੀ ਆ ਵੀ ਹੈ ਤੇ ਠੱਗ ਆ, ਤੇ ਗੱਲਾਂ ਕਿਹੋ ਜਿਹੀਆਂ ਕਰਦਾ। ਉਹ ਜਦੋਂ ਚੇਲਾ ਆਖੇ ਇਸ ਤਰ੍ਹਾਂ ਤੇ ਮਹਾਰਾਜ ਕਹਿਣ ਲੱਗੇ ਵੀ ਇਹ ਠੀਕ ਬੋਲ ਰਿਹਾ ਤੁਹਾਡਾ ਸੇਵਕ। ਉਹ ਕਹਿੰਦੇ ਜੀ ਰਾਤ ਦਿਨ ਨਾਲ ਰਹਿੰਦੇ ਨੇ, ਜੋ ਕੁਝ ਦੇਖਦੇ ਨੇ ਉਹੀ ਬਤਾ ਰਹੇ ਨੇ। ਕਹਿਣ ਲੱਗਾ ਜੋ ਕੁਝ ਦੇਖਦੇ ਨੇ ਉਹੀ ਬਤਾ ਰਹੇ ਨੇ। ਮਹਾਰਾਜ ਕਹਿੰਦੇ ਵੀ ਸਾਨੂੰ ਤਾਂ ਕੁਝ ਹੋਰ ਦਿਸਣ ਡਿਆ, ਜੋ ਕੁਝ ਬਤਾ ਰਹੇ ਉਹ ਕੁਝ ਤਾਂ ਨਹੀਂ ਦਿਸਣ ਡਿਆ। ਮਹਾਰਾਜ ਕਹਿੰਦੇ ਦਿਸ ਪੈਂਦਾ। ਭਗਤ ਜੀ ਮਹਾਰਾਜ ਦੇ ਕੋਲ ਇੱਕ ਬੰਦਾ ਜਾਂਦਾ ਹੁੰਦਾ ਗੁਰਵਾਲੀ ਮੇਰੇ ਹੁੰਦਿਆਂ ਹੀ, ਬੜਾ ਸੋਹਣਾ ਜਵਾਨ ਜੀ, ਗੱਲ ਗੱਲ ਤੇ ਨੇ ਵਾਹਿਗੁਰੂ ਵਾਹਿਗੁਰੂ ਆਖਣਾ ਜੀ। ਐਡੇ ਐਡੇ ਲਿਫਾਫੇ ਭਰ ਭਰ ਕੇ ਉਹਨੇ ਫਲਾਂ ਦੇ ਖੜਨੇ ਜੀ ਰੋਜ਼ ਦਿਹਾੜੀ। ਮੈਨੂੰ ਭਗਤ ਜੀ ਕਹਿਣ ਲੱਗੇ ਵੀ ਇਹ ਬੰਦੇ ਦਾ ਰੰਗ ਰੂਪ ਤੇ ਢੰਗ ਤਰੀਕਾ ਬੜਾ ਵਧੀਆ, ਪਰ ਇਹ 'ਚ ਦਿਸਦਾ ਕੁਝ ਨਹੀਂ। ਕਹਿਣ ਲੱਗੇ ਇਹਦੇ ਨਾਲ ਕਰੀਏ ਗੱਲ। ਮੈਂ ਕਿਹਾ ਜੀ ਕਰੀਏ। ਉਹ ਆ ਗਿਆ ਜੀ। ਭਗਤ ਜੀ ਕਹਿਣ ਲੱਗੇ ਸਰਦਾਰ ਜੀ ਤੁਹਾਡਾ ਰੰਗ ਰੂਪ ਵੇਖ ਕੇ, ਤੁਹਾਡੀ ਰਹਿਣੀ ਬਹਿਣੀ, ਤੁਹਾਡਾ ਢੰਗ ਤਰੀਕਾ ਵੇਖ ਕੇ ਜੀ ਕਰਦਾ ਤੁਹਾਨੂੰ ਮੱਥਾ ਟੇਕੀਏ, ਨਮਸਕਾਰ ਕਰੀਏ, ਪਰ ਜਦੋਂ ਤੁਹਾਡਾ ਜੀਵਨ ਵੇਖੀਦਾ, ਤੁਹਾਡੇ ਕੰਮ ਵੇਖੀਦਾ ਤੇ ਟੋਏ ਟਿੱਬੇ ਤੇ ਗੰਦਗੀ ਦੇ ਢੇਰ ਹੀ ਨਜ਼ਰ ਆਉਂਦੇ। ਕਹਿੰਦੇ ਟੋਏ ਟਿੱਬੇ ਗੰਦਗੀ ਦੇ ਢੇਰ। ਮੇਰੇ ਹੁੰਦਿਆਂ ਦੀ ਗੱਲ ਹੈ। ਉੱਠ ਕੇ ਉਸੇ ਵੇਲੇ ਮਹਾਰਾਜ ਜੀ ਰੋਣ ਲੱਗ ਪਿਆ ਜੀ। ਕਹਿੰਦਾ ਮਹਾਰਾਜ ਸੱਚ ਆਖਿਆ ਤੁਸੀਂ, ਜੋ ਕੁਝ ਆਖਿਆ ਬਿਲਕੁਲ ਸੱਚ ਆਖਿਆ। ਇਹੀ ਕੁਝ ਕਹਿਣ ਲੱਗਾ, ਇਹੀ ਕੁਝ ਹੀ ਕਹਿਣ ਲੱਗਾ। ਮਹਾਰਾਜ ਕਹਿਣ ਲੱਗੇ ਸਰਦਾਨੰਦ ਜੀ ਸਾਨੂੰ ਤਾਂ ਕੁਝ ਹੋਰ ਦਿਸਣ ਡਿਆ। ਥੋੜਾ ਜਿਹਾ ਘਬਰਾ ਗਿਆ ਜੀ ਇਹ ਗੱਲ ਸੁਣ ਕੇ। ਮਹਾਰਾਜ ਕਹਿੰਦੇ ਸਰਦਾਨੰਦ ਜੀ ਤੁਹਾਡਾ ਚੇਲਾ ਕਹਿੰਦਾ ਤੁਸੀਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਤੇ ਸਾਨੂੰ ਤਾਂ ਦਿਸਣ ਡਿਆ ਵੀ ਤੁਸੀਂ ਚੋਰੀ ਦੇ ਕੇਸ ਵਿੱਚ 4 ਵਾਰਾਂ ਜੇਲ੍ਹ ਕੱਟ ਆਏ ਜੇ। ਆਖੋ ਕਹੀ ਕਿ ਧੰਨ ਗੁਰੂ ਗੋਬਿੰਦ ਸਿੰਘ ਹੈ 4 ਵਾਰਾਂ ਚੋਰੀ ਦੇ ਕੇਸ ਵਿੱਚ ਤੁਸੀਂ ਜੇਲ੍ਹ ਯਾਤਰਾ ਕਰ ਆਏ ਜੇ। ਸਰਦਾਨੰਦ ਦੇ ਮੁੜ ਕੇ ਛੁੱਟ ਗਏ ਜੀ। ਉਹਨੂੰ ਕੀ ਪਤਾ ਸੀ ਵੀ ਇਹੋ ਜਿਹੇ ਜਾਣੀ ਜਾਣ ਵੀ ਬੈਠੇ ਨੇ, ਅੰਤਰਜਾਮੀ ਬੈਠੇ ਆ। ਮਹਾਰਾਜ ਕਹਿੰਦੇ ਤੁਹਾਡਾ ਚੇਲਾ ਦਾ ਤੁਸੀਂ ਬਾਲ ਬ੍ਰਹਮਚਾਰੀ ਜੇ, ਤੇ ਸਾਨੂੰ ਤੇ ਦੱਸਣ ਡਿਆ 5-7 ਵਾਰਾਂ ਛੇੜਖਾਨੀ ਕਰਕੇ ਛਿੱਤਰ ਪਰੇਡ ਵੀ ਤੁਹਾਂ ਕਰਾਈ ਆ। ਸਰਦਾਨੰਦ ਦੇ ਤੋਤੇ ਉੱਠਦੇ ਜਾਣ ਜੀ। ਪੂਰੇ ਗੁਰੂ ਦੇ ਸਾਹਮਣੇ ਜੁਰਤ ਕੀ ਕਿਸੇ ਦੀ ਝੂਠ ਬੋਲ ਕੇ ਕੋਈ ਮੁੜ ਕੇ ਆਖੇ ਵੀ ਸਾਡੀਆਂ ਗੱਪਾਂ ਛੱਪਾਂ ਚੱਲ ਗਈਆਂ ਮਹਾਰਾਜ ਦੇ ਕੋਲ ਹੈ। ਜੋ ਕੁਝ ਹੈਗਾ ਸੀ ਨਾ, ਤੇ ਮਹਾਰਾਜ ਕਹਿਣ ਲੱਗੇ ਸਰਦਾਨੰਦ ਜੀ ਦੀ ਤੁਹਾਡਾ ਚੇਲਾ ਦਾ ਤੁਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਚੋਰੀ ਕੀਤੀਆਂ ਹੋਈਆਂ 7 ਸੋਨੇ ਦੀਆਂ ਮੋਹਰਾਂ ਤੇ 3 ਸੋਨੇ ਦੇ ਕੜੇ ਇਸ ਵੇਲੇ ਤੁਹਾਡੇ ਕੋਲ ਨੇ। ਮਹਾਰਾਜ ਕਹਿਣ ਲੱਗੇ ਇਸ ਵੇਲੇ ਕੋਲ ਹੈ, ਕਹਿੰਦੇ ਮੌਜੂਦ ਤੁਹਾਡੇ ਕੋਲ ਨੇ ਇਸ ਵੇਲੇ। ਤੇ ਆ ਜਿਹੜੇ ਤੁਸੀਂ ਨਾਲ ਰੱਖੇ ਸਾਰੇ ਚੋਰ ਚਿੱਪੀਆਂ ਦੇ ਵਿੱਚ, ਤੁਸੀਂ ਕਹਿਣ ਲੱਗੇ ਜਗ੍ਹਾ ਬਣਾਈਆਂ, ਸਾਰਿਆਂ ਨੇ ਚੋਰੀ ਦਾ ਮਾਲ ਚਿੱਪੀਆਂ ਦੇ ਵਿੱਚ ਲੁਕੋਇਆ। ਮਹਾਰਾਜ ਕਹਿੰਦੇ ਇਸੇ ਕਰਕੇ ਅੰਦਰ ਰਖਾ ਲਈਆਂ ਸੀਗੀਆਂ ਵੀ ਤੁਹਾਂ ਮੁੜ ਕੇ ਕਾਬੂ ਨਹੀਂ ਆਉਣਾ, ਮੰਨਣਾ ਨਹੀਂ ਗਾ ਜੀ। ਹਾਂਜੀ ਅਸੀਂ ਅੱਜ ਜਾ ਰਹੇ ਸਾਂ ਇੱਧਰ ਹਰਿਆਣੇ ਵਿੱਚ, ਗੁਰਪੁਰਬ ਮਨਾਉਣਾ ਸੀ ਮਹਾਰਾਜ ਦਾ, ਅਤੇ ਉਹ ਪੁਲਿਸ ਵਾਲਿਆਂ ਨਾਕਾ ਲਾਇਆ। ਤੋ ਆਂਦੇ ਵੀ ਡਰਾਈਵਰ ਸਿੰਘ ਜੀ ਨੂੰ ਕਹਿਣ ਲੱਗੇ ਵੀ ਲਾਇਸੈਂਸ ਫੜਾਓ।
ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਵੀ ਲਾਇਸੈਂਸ ਕਾਹਦੇ ਲਈ ਮੰਗਦੇ? ਕਹਿੰਦੇ ਬੜੇ ਚਲਾਕ ਨੇ, ਇਹਨਾਂ ਨੂੰ ਕਹਿੰਦਾ ਵੀ ਗੱਡੀ ਭਜਾ ਕੇ ਨਾ ਅਗਲਾ ਨਿਕਲ ਜੇ ਚਲੇ ਜੇ, ਲਾਇਸੈਂਸ ਪਹਿਲਾਂ ਫੜ ਲੈਂਦੇ ਆ। ਹਾਂਜੀ, ਆਪਣੇ ਆਪਣੇ ਕੰਮ ਦੇ ਤਜਰਬੇ। ਸਰਦਾਨੰਦ ਦੇ ਤੇ ਮਹਾਰਾਜ ਉਸੇ ਵੇਲੇ ਮੁੜ ਕੇ ਛੁੱਟ ਗਏ ਜੀ। ਜਦੋਂ 3-4 ਬਚਨ ਮਹਾਰਾਜ ਨੇ ਕਹੇ, ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ ਜੀ ਨੇ। ਵੇਖੋ, ਗੁਰੂ ਗਰੀਬ ਨਵਾਜ ਨਿਰਾ ਕਹਿ ਨਹੀਂ ਰਹੇ, ਅੰਦਰੋਂ ਕੱਢ ਰਹੇ ਨੇ ਸਾਰਾ ਕੁਝ ਜੀ, ਕੱਢ ਰਹੇ ਨੇ ਅੰਦਰੋਂ ਸਾਰਾ ਕੁਝ। ਬਸ 5-7 ਮਿੰਟਾਂ ਦੇ ਵਿੱਚ 60 ਸਾਲ ਦੇ ਵਿਗੜੇ ਹੋਏ ਬੰਦੇ ਦਾ ਮਹਾਰਾਜ ਨੇ ਜੀਵਨ ਸੁਧਾਰ ਦਿੱਤਾ ਜੀ। ਸਰਦਾਨੰਦ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਜੀ। ਬੜਾ ਵਿਰਾਗ ਕੀਤਾ, ਬੜਾ ਵਿਰਾਗ ਕੀਤਾ। ਕਹਿੰਦਾ, ਸੱਚੇ ਪਾਤਸ਼ਾਹ ਗਰੀਬ ਨਵਾਜ, ਆਏ ਤਾਂ ਅਸੀਂ ਹੋਰ ਨੀਤ ਨਾਲ ਸਾਂ, ਪਰ ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ, ਇਸ ਘਰ ਵਿੱਚੋਂ ਬਖਸ਼ਿਸ਼ਾਂ ਮਿਲਦੀਆਂ ਨੇ, ਮਿਹਰਾਂ ਮਿਲਦੀਆਂ ਨੇ। ਸੱਚੇ ਪਾਤਸ਼ਾਹ ਕਿਰਪਾ ਕੀਤੀ ਜੇ, ਅੰਦਰ ਦੀਆਂ ਬਿਮਾਰੀਆਂ ਸਾਰੀਆਂ ਖੋਲ ਕੇ ਰੱਖ ਕੇ ਵਿਖਾ ਦਿੱਤੀਆਂ ਜੇ। ਹੁਣ ਕਿਰਪਾ ਕਰੋ, ਮਿਹਨਤ ਜੇ ਮੁੜ ਨਾ ਇਹ ਔਗਣ ਅੰਦਰ ਵੜ ਜਾਣ, ਮੁੜ ਨਾ ਇਹ ਬਿਮਾਰੀਆਂ ਲੱਗ ਸਕਣ। ਹੁਣ ਜੇ ਮਿਹਰ ਕੀਤੀ ਜੇ ਤੇ ਪੱਕੀ ਮਿਹਰ ਕਰ ਦਿਓ, ਹੁਣ ਸਾਨੂੰ ਆਪਣੇ ਬਣਾ ਲਓ ਮਹਾਰਾਜ। ਮੁੜ ਕਰੇ ਕਦੇ ਜ਼ਿੰਦਗੀ 'ਚ ਕੋਈ ਧੋਖਾ, ਲੁੱਟ ਮਾਰ, ਕਿਸੇ ਦਾ ਬੁਰਾ ਨਾ ਕਰੀਏ। ਮਿੰਨਤਾਂ ਕੀਤੀਆਂ, ਤਰਲੇ ਕੀਤੇ, ਕਿਉਂ? ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ। ਉਂਝ ਤੇ ਬੜੀ ਆਕੜ ਹੁੰਦੀ ਜੀ ਇਸ ਤਰ੍ਹਾਂ ਦੇ ਲੋਕਾਂ 'ਚ। ਜਦੋਂ ਕਿਰਪਾ ਕਰ ਦਿੱਤੀ, ਨਿਮਰਤਾ ਆ ਗਈ, ਤੇ ਇਤਿਹਾਸ ਵਿੱਚ ਲਿਖਿਆ ਵੀ ਸਰਦਾਨੰਦ ਤੇ ਉਹਦੀ ਪਾਰਟੀ ਜ਼ਿੰਦਗੀ ਭਰ ਵਾਸਤੇ ਅਨੰਦਪੁਰ ਸਾਹਿਬ ਹੀ ਮੁੜ ਕੇ ਰਹੇ ਜੀ। ਇਹਨਾਂ ਨੇ ਫਿਰ ਮਹਾਰਾਜ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ, ਇਹ ਭੁੱਲਾਂ ਗਲਤੀਆਂ ਜਿਹੜੀਆਂ ਪਿਛਲੀਆਂ ਕੀਤੀਆਂ ਕਿਸ ਤਰ੍ਹਾਂ ਮਾਫ ਹੋਣਗੀਆਂ? 10ਵੇਂ ਪਾਤਸ਼ਾਹ ਕਹਿਣ ਲੱਗੇ, ਭਾਂਡੇ ਮਾਂਜਿਆ ਕਰੋ, ਸੰਗਤ ਦੇ ਭਾਂਡੇ ਮਾਂਜਿਆ ਕਰੋ, ਝਾੜੂ ਫੇਰਿਆ ਕਰੋ, ਲੰਮਾ ਸਮਾਂ ਬੈਠ ਕੇ ਕੀਰਤਨ ਸੁਣਿਆ ਕਰੋ। ਹਾਂਜੀ, ਤੇ ਕਥਾ ਕੀਰਤਨ ਸੁਣ ਕੇ ਇਕਾਂਤ ਬੈਠ ਕੇ ਪਰਮੇਸ਼ਰ ਦੀ ਭਗਤੀ ਕਰਿਆ ਕਰੋ, ਸਭ ਕੁਝ ਮਾਫ ਹੋ ਜਾਏਗਾ। ਮਹਾਰਾਜ ਕਹਿੰਦੇ ਸਭ ਕੁਝ ਮਾਫ ਹੋ ਜਾਏਗਾ। ਇਤਿਹਾਸ ਵਿੱਚ ਮੈਂ ਪੜ੍ਹਿਆ ਹੈ ਵੀ ਇਹਨਾਂ ਨੇ ਬਾਕੀ ਰਹਿੰਦਾ ਸਾਰਾ ਜੀਵਨ ਗੁਰੂ ਸਾਹਿਬ ਦੀ ਸੇਵਾ 'ਚ ਲਾ ਦਿੱਤਾ ਜੀ। ਹੁਣ ਵੇਖੋ ਕਿੱਡੇ ਮਹਾਰਾਜ ਦਇਆਵਾਨ ਨੇ, ਕਿੱਡੇ ਦਿਆਲੂ ਨੇ। 2-4-5 ਮਿੰਟ ਦੇ ਵਿੱਚ ਜੀਵਨ ਭਰ ਦੇ ਜਨਮਾਂ ਜਨਮਾਂ ਦੇ ਵਿਗੜੇ ਹੋਏ ਬੰਦਿਆਂ ਨੂੰ ਮਹਾਰਾਜ ਨੇ ਸਵਾਰ ਦਿੱਤਾ ਜੀ। ਉਹਨਾਂ ਦਾ ਜੀਵਨ ਸਵਾਰ ਦਿੱਤਾ। ਕਿੱਥੇ ਬੰਦੇ ਦਾ ਮਨ ਮੰਨਦਾ ਜੀ? ਕਿੱਥੇ ਆਦਮੀ ਸਿੱਧੇ ਰਸਤੇ, ਉਹ ਵੀ ਐਡਾ ਵਿਗੜਿਆ ਹੋਇਆ ਬੰਦਾ ਜੀ, ਕਿੱਥੇ ਇਸ ਪਾਸੇ ਆਉਂਦਾ ਜੀ? ਹੈ ਐਡੇ ਵੱਡੇ ਮਿਹਰਬਾਨ ਗੁਰੂ 10ਵੇਂ ਪਾਤਸ਼ਾਹ। ਕੋਈ ਲੰਮਾ ਚੌੜਾ ਬਹੁਤਾ ਗਿਆਨ ਨਹੀਂ, ਜੋ ਕੁਝ ਹੈਗਾ ਸੀ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਵੀ ਤੁਸੀਂ ਵਿਖਾਵਾ ਤੁਹਾਡਾ ਕੁਝ ਆ ਤੇ ਵਿੱਚ ਕੁਝ ਤੁਹਾਡੇ ਹੋਰ ਹੈ। ਤੇ ਨਾਲ ਮਿਹਰ ਕਰ ਦਿੱਤੀ, ਨਾਲ ਬਖਸ਼ਿਸ਼ ਕਰ ਦਿੱਤੀ, ਬਦਲ ਕੇ ਰੱਖ ਦਿੱਤਾ ਜੀ ਉਹਨਾਂ ਨੂੰ ਜੀ। ਬੜਾ ਲੰਮਾ ਚੌੜਾ ਮਹਾਰਾਜ ਦਾ ਇਸ ਤਰ੍ਹਾਂ ਦਾ ਇਤਿਹਾਸ ਹੈ। ਬੜੇ ਕੌਤਕ ਨੇ। ਜੰਗਾਂ ਯੁੱਧਾਂ ਦੇ ਵਿੱਚ ਮਿਹਰ ਦੀ ਨਿਗਾਹ ਪਾ ਕੇ ਜੀਵਨ ਬਦਲ ਦਿੱਤੇ ਜੀ। ਮਿਹਰਾਂ ਕੀਤੀਆਂ, ਕਿਰਪਾ ਕੀਤੀਆਂ, ਬਖਸ਼ਿਸ਼ਾਂ ਕੀਤੀਆਂ ਸੱਚੇ ਪਾਤਸ਼ਾਹ ਮਹਾਰਾਜ ਨੇ। ਜਿਨ੍ਹਾਂ ਦੇ ਭਾਗ ਚੰਗੇ ਸੀ ਉਹਨਾਂ ਨੇ ਬਹੁਤ ਕੁਝ ਸਮੇਂ ਨਾਲ ਸਾਂਭ ਲਿਆ ਜੀ। ਮੈਂ ਤੇ ਕਹਿੰਦਾ ਇਹਨਾਂ ਦੇ ਕਰਮ ਚੰਗੇ ਜਿਹੜੇ ਅਨੰਦਪੁਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਗਏ ਜੀ। ਜਿਹੋ ਜਿਹੇ ਹੈਗੇ ਆ ਤੇ ਗਏ ਨਾ ਜੀ, ਅੱਗੇ ਗੁਰੂ ਪੂਰਾ ਜੀ ਉਹਨੇ ਬਖਸ਼ ਦਿੱਤਾ ਜੀ, ਸਵਾਰ ਦਿੱਤਾ ਜੀ। ਇਸ ਵਾਸਤੇ ਸਤਿਗੁਰ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ, ਗੁਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ, ਗੁਰੂ ਜੀ ਦੀ ਸੰਗਤ ਵਿੱਚ ਬੈਠਣਾ ਚਾਹੀਦਾ। ਸੰਗਤ ਜੀ ਉਹ ਕੁਝ ਹੁਣ ਵੀ ਵਰਤਦਾ ਜੇ, ਹੁਣ ਵੀ ਵਰਤਦਾ ਜੇ। ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਨੇ ਕਿਸੇ ਨਾ ਕਿਸੇ ਜੁਗਤ ਦੇ ਨਾਲ ਮਹਾਰਾਜ ਸ਼ਰਨ ਪਿਆਂ ਦੀ ਲਾਜ ਰੱਖਦੇ ਨੇ ਜੀ, ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਆਪਾਂ ਸਾਰੇ ਜਿਹੜੇ ਝਾਤੀ ਮਾਰ ਲਈ, ਅਸੀਂ ਕਿਹੜੇ ਸਰਦਾਨੰਦ ਹੋਣਾ ਨਾਲੋਂ ਘੱਟ ਹੈਗੇ ਜੀ। ਹਾਂਜੀ, ਸਾਡੇ ਤੇ ਮਹਾਰਾਜ ਨੇ ਮਿਹਰਾਂ ਕੀਤੀਆਂ ਹੀ ਆ। ਆਪਣੀ ਸੰਗਤ ਵਿੱਚ ਥਾਂ ਦਿੰਦੇ ਨੇ, ਸਤਸੰਗ ਬਾਣੀ ਪੜ੍ਹਨ ਸੁਣਨ ਦਾ ਆਪਣੇ ਚਰਨਾਂ ਨਾਲ ਮਹਾਰਾਜ ਨੇ ਜੋੜਿਆ। ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਬੜਾ ਵੱਡਾ ਇਤਿਹਾਸ ਲਿਖਿਆ, ਉਹਨਾਂ ਨੇ ਬੜੀ ਨਿਮਰਤਾ ਵਿੱਚ ਆ ਕੇ ਇੱਕ ਦੋਹਰਾ ਲਿਖਿਆ ਜੀ। ਉਹਨਾਂ ਨੇ ਕੀ ਲਿਖਦੇ ਨੇ? ਦੋਹਰਾ। ਕਰਮਹੀਣ ਕੂੜਿਆਰ ਮੈਂ
ਕਰਮਹੀਣ ਕੂੜਿਆਰ ਮੈਂ, ਲੋਭੀ ਕਾਮੀ ਬਾਮ। ਬਾਮ ਪੁੱਠੀ ਮੱਤ ਵਾਲੇ ਨੂੰ ਆਂਦੇ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੋਹਰਾ, ਕਰਮਹੀਣ ਕੂੜਿਆਰ ਮੈਂ, ਲੋਭੀ ਕਾਮੀ ਬਾਮ। ਲਾਜ ਰੱਖੋ ਨਿਜ ਬਿਰਦ ਕੀ, ਜਗਤ ਕਹੇ ਸਿੱਖ ਨਾਮ। ਮਹਾਰਾਜ ਇਹ ਸਾਰੇ ਔਗਣ ਮੇਰੇ ਵਿੱਚ ਨੇ, ਪਰ ਮਹਾਰਾਜ ਮੇਰਾ ਹੁਲੀਆ ਵੇਖ ਕੇ, ਢੰਗ ਤਰੀਕਾ ਵੇਖ ਕੇ ਲੋਕ ਕਹਿੰਦੇ ਗੁਰੂ ਦਾ ਸਿੱਖ ਹੈ। ਇਸ ਗੱਲ ਦੀ ਮਹਾਰਾਜ ਇੱਜ਼ਤ ਤੁਸਾਂ ਹੁਣ ਰੱਖਣੀ ਮੇਰੀ, ਇਹ ਲਾਜ ਤੁਸਾਂ ਰੱਖਣੀ ਆ, ਮੈਨੂੰ ਲੋਕੀ ਤੁਹਾਡਾ ਸਿੱਖ ਆਂਦੇ ਆ। ਲਾਜ ਰੱਖੋ ਨਿਜ ਬਿਰਦ ਕੀ, ਜਗਤ ਕਹੈ ਸਿੱਖ ਨਾਮ। ਮੇਰੇ ਵਿੱਚ ਬੜੇ ਔਗਣ ਨੇ, ਪਰ ਸੱਚੇ ਪਾਤਸ਼ਾਹ ਹੁਣ ਲਾਜ ਤੁਸਾਂ ਰੱਖਣੀ ਹੈ, ਤੁਹਾਡਾ ਬਿਰਦ ਬਣਨਾ ਹੈ, ਤੁਸਾਂ ਲਾਜ ਰੱਖਣੀ ਹੈ। ਸਤਿਗੁਰੂ ਜੀ ਰੱਖਦੇ ਨੇ, ਸਦਾ ਹੀ ਰੱਖਦੇ ਨੇ। ਸੰਗਤ ਜੀ ਮਹਾਰਾਜ ਦਾ ਅਵਤਾਰ ਗੁਰਪੁਰਬ ਸੰਸਾਰ ਵਿੱਚ ਸੰਗਤਾਂ ਨੇ ਮਨਾਇਆ। ਆਪਾਂ ਨੂੰ ਵਡਭਾਗਾ ਸਮਾਂ ਪ੍ਰਾਪਤ ਹੋਇਆ। ਮੇਰੇ ਮਿੱਤਰ ਨੇ ਮਹਾਂਪੁਰਖ ਹਰਿਆਣੇ ਵਿੱਚ, ਉਹਨਾਂ ਨੇ ਬਹੁਤੇ ਪ੍ਰੇਮ ਨਾਲ ਆਖਿਆ, ਮੈਥੋਂ ਫਿਰ ਨਾ ਕੀਤੀ ਗਈ। ਕੱਲ੍ਹ ਅਸੀਂ ਗਏ ਸੀ, ਪੌਂਟਾ ਸਾਹਿਬ ਦੇ ਨੇੜੇ ਆ। ਅੱਜ ਉੱਥੋਂ ਕੀਰਤਨ ਕਰਕੇ ਤਕਰੀਬਨ 1:30 ਵਜੇ ਅਸੀਂ ਚੱਲੇ ਸੀ ਜੀ। 7:30 ਵਜੇ ਸ਼ਾਮ ਨੂੰ ਇੱਥੇ ਵਾਪਸ ਪਹੁੰਚੇ। ਅਤੇ ਮੈਂ ਤੁਹਾਨੂੰ ਸੱਚ ਬੋਲਦਾ ਵੀ ਮੈਂ ਥੋੜ੍ਹਾ ਕੁ ਚਿਰ ਲੰਗਰ ਦੀ ਸੇਵਾ ਕਰਕੇ ਅੰਦਰ ਚਲਾ ਗਿਆ, ਅਤੇ ਅੰਦਰ ਜਾ ਕੇ ਮੈਨੂੰ ਥੋੜ੍ਹਾ ਜਿਹਾ ਥਕੇਵਾਂ ਮਹਿਸੂਸ ਹੋਇਆ, ਅਤੇ ਮੇਰਾ ਮਨ ਜਿਹੜਾ ਨਾ ਜੀ ਥੋੜ੍ਹੀਆਂ ਜਿਹੀਆਂ ਚਲਾਕੀਆਂ ਜਿਹੀਆਂ ਖੇਡਣ ਲੱਗਾ ਜੀ। ਵੀ ਆਪਾਂ ਬੇਨਤੀ ਕਰ ਦਿੰਦੇ ਹਾਂ ਵੀ ਕੋਈ ਨਹੀਂ, ਤੁਸੀਂ ਬੜੇ ਰਾਗੀ ਜਥੇ ਆਏ ਨੇ, ਗਿਆਨੀ ਜੀ ਨੇ ਕਥਾ ਕਰ ਲਈ ਹੈ, ਅਤੇ ਹਾਜ਼ਰੀ ਲਾ ਲਓ, ਸੰਪੂਰਨਤਾ ਹੀ ਕਰੀਏ। ਗੁਰੂ ਮਹਾਰਾਜ ਵੇਖੋ ਕਿੱਡੇ ਦਿਆਲੂ ਨੇ। ਹਾਂਜੀ, ਮੈਨੂੰ ਮੂਰਖ ਨੂੰ ਮਹਾਰਾਜ ਨੇ ਪ੍ਰੇਰਨਾ ਦਿੱਤੀ, ਆਏ, ਅਤੇ ਵੇਖੋ ਇਹਨਾਂ ਦੀ ਸ਼ਕਤੀ, ਮੈਨੂੰ ਕੋਈ ਥਕੇਵਾ ਨਹੀਂ ਜੇ। ਤੁਹਾਨੂੰ ਦਿਸ ਨਹੀਂ ਰਿਹਾ ਮੇਰੇ ਵੱਲ, ਤੁਸੀਂ ਵੇਖਦੇ ਹੀ ਜੇ। ਹਾਂਜੀ, ਉੱਥੋਂ ਨਾਲੋਂ ਵੀ ਸਾਨੂੰ ਕੀਰਤਨ ਦਾ ਜ਼ਿਆਦਾ ਆਨੰਦ ਇੱਥੇ ਆ ਰਿਹਾ ਜੀ, ਭਜਨ ਬੁਲਾਹ ਕਰਨ ਦਾ ਜ਼ਿਆਦਾ ਆਨੰਦ ਆ ਰਿਹਾ ਜੀ। ਇਹ ਸਾਰਾ ਕੁਝ ਇਹਨਾਂ ਦੇ ਹੱਥ ਵਿੱਚ ਪ੍ਰਤੱਖ ਨੇ ਸੱਚੇ ਪਾਤਸ਼ਾਹ। ਅਸੀਂ ਲੋਕ ਕਈ ਵਾਰ ਆਪਣੇ ਮਨ ਦੇ ਇਰਾਦੇ ਜਿਹੜੇ ਕਿਸੇ ਤਰ੍ਹਾਂ ਦੇ ਬਣਾ ਲੈਂਦੇ ਹਾਂ, ਪਰ ਇਹ ਬੜੇ ਦਿਆਲੂ ਨੇ, ਬੜੇ ਮਿਹਰਬਾਨ ਨੇ ਸੱਚੇ ਪਾਤਸ਼ਾਹ। ਹਾਂਜੀ, ਗੁਰੂ ਮਹਾਰਾਜ ਦੀ ਲੀਲਾ ਜਿਹੜੀ ਅਪਰੰਪਾਰ ਹੈ ਜੀ, ਉਹ ਵਿਚਰ ਰਹੇ ਨੇ, ਕੀ ਲੀਲਾ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਕਹਿੰਦੇ ਜਗਤ ਤਮਾਸ਼ਾ ਵੇਖਣ ਵਾਸਤੇ ਆਇਆ, ਤਮਾਸ਼ਾ ਬਣਨ ਵਾਸਤੇ ਨਹੀਂ ਆਇਆ, ਵੇਖਣ ਵਾਸਤੇ ਆਇਆ। ਮਹਾਰਾਜ ਕਹਿੰਦੇ ਹਾਂਜੀ, ਜਿਹੜੇ ਇਸ ਜਗਤ ਤਮਾਸ਼ੇ ਦੇ ਵਿੱਚ ਲੱਗ ਕੇ ਭੁੱਲ ਗਏ ਜੀ, ਹਾਂਜੀ ਫਸ ਗਏ ਵਿੱਚ ਜੀ, ਗਏ। ਸੱਚੇ ਪਾਤਸ਼ਾਹ ਕਹਿੰਦੇ ਮੈਂ ਤਮਾਸ਼ਾ ਵੇਖਣ ਵਾਸਤੇ ਆਇਆ ਜੀ। ਹਾਂਜੀ, ਕਿੱਡਾ ਕਮਾਲ ਦਾ ਤਮਾਸ਼ਾ ਵੇਖੋ ਪਰਮੇਸ਼ਰ ਨੇ ਬਣਾਇਆ ਜੀ। ਬਿਨਾਂ ਥੰਮਾਂ ਤੋਂ ਵੇਖੋ ਆਕਾਸ਼ ਖੜਾ ਜੀ, ਪਾਣੀ ਦੇ ਉੱਤੇ ਮਿੱਟੀ ਵਾਲੀ ਧਰਤੀ ਖੜੀ ਹੈ ਜੀ। ਲੱਖਾਂ ਕਰੋੜਾਂ ਅਰਬਾਂ ਜੀ ਸੰਸਾਰ ਵਿੱਚ ਬਣੇ, ਕਿਸੇ ਦਾ ਕਿਸੇ ਨਾਲ ਰੂਪ ਰੰਗ ਨਹੀਂ ਰਲਦਾ ਜੀ। ਵੇਖੋ ਜੀ, ਕਿਸੇ ਦਾ ਸੁਭਾਅ ਨਹੀਂ ਮੇਲ ਖਾਂਦਾ ਜੀ। ਹਾਂਜੀ, ਇੰਨੀ ਲੰਮੀ ਚੌੜੀ ਲੀਲਾ, ਤਾਈਓ ਗੁਰੂ ਅਰਜਨ ਦੇਵ ਸਾਹਿਬ ਮਾਰ ਕਹਿੰਦੇ ਕਦਰ ਕਰਤੇ ਕੁਦਰਤੀ ਮੁਸਤਾਕ। ਹੇ ਮੇਰੇ ਮਾਲਕ ਵਾਹਿਗੁਰੂ, ਤੇਰੀ ਕੁਦਰਤ ਵੇਖ ਕੇ ਮੈਂ ਮੋਹਿਆ ਗਿਆ ਹੈ, ਮੈਨੂੰ ਬੜੀ ਖੁਸ਼ੀ ਹੋਈ, ਬੜੀ ਪ੍ਰਸੰਨਤਾ ਹੋਈ ਆ। ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ। ਲੋਕ ਪਰਲੋਕ ਦਾ ਰਾਖਾ ਤੂੰ ਹੀ ਆ ਸੱਚੇ ਪਾਤਸ਼ਾਹ, ਸਦਾ ਅਟਲ ਤੂੰ ਹੈ। ਤੇਰੀ ਕੁਦਰਤ ਵੇਖ ਕੇ ਬੜੀ ਪ੍ਰਸੰਨਤਾ ਹੁੰਦੀ ਹੈ। ਦੇਖ ਫੂਲ ਫੂਲ ਫੂਲੇ, ਆਹੰਗ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ। ਫਿਰ ਕੀ ਕਰਨਾ, ਹਰ ਚੇਤ ਮਨ ਮੇਰੇ। ਗਰੀਬ ਨਵਾਜ ਦਸਮ ਪਾਤਸ਼ਾਹ ਮਹਾਰਾਜ ਨੇ ਬੜੇ ਕੌਤਕ ਕੀਤੇ ਜੀ, ਬੜੀਆਂ ਲੀਲਾ ਵਰਤਾਈਆਂ ਜੀ। ਬੜਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚੋਂ ਲਾਭ ਪ੍ਰਾਪਤ ਕੀਤੇ। ਮਹਾਰਾਜ ਮਾਲਵੇ ਦੀ ਧਰਤੀ ਤੇ ਜੰਗਲ ਵਿੱਚ ਬੈਠੇ ਨੇ ਜੀ, ਇਕੱਲੇ ਨੇ ਜੀ। ਇੱਕ ਬਜ਼ੁਰਗ ਮਾਤਾ
ਗੱਫਾ ਪਾਣੀ ਬਣਾਉਣ ਵਾਸਤੇ ਗਰੀਬਣੀ ਸੀ, ਜੰਗਲ ਵਿੱਚ ਬਾਲਣ ਲੈਣ ਵਾਸਤੇ ਗਈ। ਉਹਨੂੰ ਨਹੀਂ ਪਤਾ ਮਹਾਰਾਜ ਦਸਵੇਂ ਪਾਤਸ਼ਾਹ, ਉਹਨੇ ਵੇਖਿਆ ਮਹਾਂਪੁਰਖ ਨੇ, ਸਰੂਪ ਤੋਂ ਪਤਾ ਲੱਗ ਰਿਹਾ ਕੋਈ ਮਹਾਂਪੁਰਖ ਹੈ ਪਰਮੇਸ਼ਰ ਦੇ ਪਿਆਰੇ। ਵੇਖੋ ਕਿਤਨਾ ਸੰਜੋਗ ਬਣਦਾ। ਹੱਥ ਜੋੜ ਕੇ ਨਮਸਕਾਰ ਕਰਕੇ ਕਹਿੰਦੀ ਬਾਬਾ ਜੀ ਕੋਈ ਸੇਵਾ ਦੱਸੋ। ਮਹਾਰਾਜ ਕਹਿਣ ਲੱਗੇ ਬੀਬੀ ਜੀ ਅੱਗੇ ਥੋੜ੍ਹਾ ਜਿਹਾ ਅੱਗੇ ਜਾਣਾ ਹੈ, ਕੋਈ ਸਵਾਰੀ ਦਾ ਪ੍ਰਬੰਧ ਹੋ ਜੇ ਤੇ ਵਧੀਆ। ਪਿੰਡ ਆਈ, ਉਹਨੇ ਬੜਿਆਂ ਜਣਿਆਂ ਨੂੰ ਆਖਿਆ, ਪਰ ਗਰੀਬ ਦੀ ਕੌਣ ਸੁਣਦਾ ਜੀ। ਨਾ ਘੋੜਾ ਨਾ ਘੋੜੀ ਕੁਝ ਨਾ ਮਿਲਿਆ। 3 ਪੁੱਤ ਸੀ ਉਸ ਮਾਈ ਦੇ ਜੀ। ਕਹਿਣ ਲੱਗੀ ਪੁੱਤਰੋ ਪਰਮੇਸ਼ਰ ਨੇ ਮੌਕਾ ਬਖਸ਼ਿਆ, ਜੇ ਮਹਾਂਪੁਰਖ ਇੱਕ ਵਾਰ ਬੈਠੇ ਨੇ ਜੰਗਲ ਵਿੱਚ, ਮੈਂ ਉਹਨਾਂ ਨੂੰ ਸੇਵਾ ਪੁੱਛੀ, ਉਹ ਕਹਿੰਦੇ ਅਸੀਂ ਅੱਗੇ ਜਾਣਾ ਹੈ, ਸਵਾਰੀ ਦਾ ਪ੍ਰਬੰਧ ਉਹ ਤੇ ਕਿਸੇ ਨੇ ਦਿੱਤੀ ਨਹੀਂ। ਤੇ ਆਓ ਆਪਾਂ ਆ ਵੇਖੋ ਮੈਂ ਮੰਜੇ 'ਤੇ ਸੋਹਣਾ ਨਵਾਂ ਬਿਸਤਰਾ ਵਿਛਾਇਆ, ਤੇ ਚੁੱਕੋ ਮੇਰੇ ਪੁੱਤ ਜਿੱਥੇ ਆਖਣ ਉੱਥੇ ਆਪਾਂ ਛੱਡ ਕੇ ਆਉਂਦੇ ਹਾਂ। ਆ ਗਏ ਜੀ, ਬੇਨਤੀ ਕੀਤੀ, ਮਹਾਰਾਜ ਪਲੰਘੇ 'ਤੇ ਸੱਜ ਗਏ। ਜਿੱਥੋਂ ਤੱਕ ਗੁਰੂ ਜੀ ਦਾ ਹੁਕਮ ਸੀ ਉਹ ਲੈ ਕੇ ਗਏ। ਮਹਾਰਾਜ ਦੇ ਹੁਕਮ ਅਨੁਸਾਰ ਪਲੰਘਾ ਰੱਖਿਆ। ਮਹਾਰਾਜ ਕਹਿੰਦੇ ਵੀ ਮਾਤਾ ਦੱਸ ਕੀ ਚਾਹੀਦਾ, ਜੋ ਤੇਰੀ ਮਰਜ਼ੀ ਮੰਗ ਲਾ। ਉਹ ਕਹਿਣ ਲੱਗੀ ਸੱਚੇ ਪਾਤਸ਼ਾਹ ਇੱਕ ਤਾਂ ਸਾਡੀ ਜ਼ਮੀਨ ਨਹੀਂ ਹੈਗੀ, ਅਸੀਂ ਗਰੀਬ ਹਾਂ, ਬਸ ਇਤਨਾ ਸੱਜੇ ਖੱਬੇ ਥੋੜ੍ਹਾ ਬਹੁਤਾ ਕਰਕੇ ਗੁਜ਼ਾਰਾ ਕਰੀਦਾ, ਕੋਈ ਪੈਸਾ ਟਕਾ ਨਹੀਂ ਹੈਗਾ, ਕੋਈ ਇੱਜ਼ਤ ਮਾਣ ਸਨਮਾਨ ਨਹੀਂ। ਆ ਪੁੱਤ ਮੇਰੇ 3 ਨੇ, ਜਵਾਨੀ ਤੋਂ ਲੰਘ ਗਏ, ਪੁੱਤਾਂ ਨੂੰ ਰਿਸ਼ਤਾ ਹੀ ਕੋਈ ਨਹੀਂ ਹੋਇਆ, ਗਰੀਬੀ ਦਾਵਾ ਕਰਕੇ ਕੋਈ ਸਾਕ ਨਹੀਂ ਹੋਇਆ। ਮਹਾਰਾਜ ਮਾਂ ਦੇ ਦਿਲ ਦੀ ਤੜਪ ਹੁੰਦੀ ਮੇਰੇ ਬੱਚੇ ਵਿਆਹੇ ਜਾਣ, ਅੱਗੇ ਕੋਈ ਪੋਤਰੇ ਆਉਣ, ਧੀਆਂ ਪੁੱਤਰ ਅੱਗੇ ਪਰਿਵਾਰ ਚੱਲੇ। ਮਹਾਰਾਜ ਗਰੀਬੀ ਕਰਕੇ ਮੇਰੇ ਪੁੱਤਾਂ ਨੂੰ ਕਿਸੇ ਰਿਸ਼ਤਾ ਨਹੀਂ ਕੀਤਾ, ਮੈਂ ਬੜੀ ਪਰੇਸ਼ਾਨ ਦੁਖੀ ਹਾਂ। ਦਸਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਮਾਤਾ ਹੋਰ ਜੋ ਤੇਰੀ ਮਰਜ਼ੀ ਮੰਗ ਲਾ, ਤੇਰੇ ਪੁੱਤਾਂ ਦੇ 2-2 3-3 ਵਿਆਹ ਹੋ ਜਾਣਗੇ। ਕਹਿਣ ਲੱਗੇ ਹੋਰ ਮੰਗ ਲਾ ਜੋ ਚਾਹੀਦਾ ਤੈਨੂੰ। ਉਹ ਵਿਚਾਰੀ ਭੋਲੀ ਕਹਿੰਦੀ ਮਹਾਰਾਜ ਮੈਂ ਗਰੀਬਣੀ ਹੈਗੀ, ਸਾਡੀ ਤੇ ਆਪਣੀ ਰੋਟੀ ਨਹੀਂ ਚੱਲਣ ਦੀ, ਤੇ 3 ਨਹੁੰਆਂ ਨੂੰ ਰੋਟੀ ਕਿੱਥੋਂ ਖਵਾਉਂਗੀ ਮੈਂ, ਪੈਸਾ ਟਕਾ ਕੋਲ ਕੋਈ ਨਹੀਂ, ਇੰਨੇ ਵਿਆਹ ਕਿੱਥੋਂ ਕਰੂੰਗੀ ਮੈਂ ਮਹਾਰਾਜ। ਇਹ ਸੱਚੇ ਪਾਤਸ਼ਾਹ ਕਹਿਣ ਲੱਗਿਆ 4 ਚਫੇਰਾ ਤੁਹਾਡਾ ਹੀ ਆ ਸਾਰਾ। ਮਹਾਰਾਜ ਕਹਿਣ ਲੱਗੇ ਸੰਗਤ ਦੀ ਉਸ ਮਾਈ ਦੇ 3 ਪੁੱਤਰਾਂ ਦਾ ਖਾਨਦਾਨ ਬੜਾ ਵੱਡਾ, 3 ਪਿੰਡ ਉਹਦੇ ਪੁੱਤਾਂ ਦੇ ਨਾਮ ਤੇ ਆ ਮਾਲਵੇ ਵਿੱਚ, ਵੱਡਾ ਰਾਜੋਆਣਾ, ਛੋਟਾ ਰਾਜੋਆਣਾ ਤੇ ਤੁਗਲ ਪਿੰਡ। ਇਹ 3 ਪਿੰਡ ਉਹਦੇ ਪੁੱਤਾਂ ਦੇ ਨਾਮ ਤੇ, ਤੇ ਉਹਦੇ ਪੁੱਤਾਂ ਦੀ ਅੰਸ਼ ਬੰਸ ਉੱਥੇ ਵਸਦੀ ਹੈ ਜੀ। ਕਮਾਲ ਦੀ ਗੱਲ, ਥੋੜ੍ਹੇ ਮਿੰਟ ਸੇਵਾ ਕੀਤੀ ਜੀ, ਹਾਂਜੀ, ਤੇ ਮਹਾਰਾਜ ਦੀ ਕਿੱਡੀ ਬਖਸ਼ਿਸ਼ ਪ੍ਰਾਪਤ ਕਰ ਲਈ ਜੀ। ਜਦੋਂ ਭਾਗ ਜਾਗਦੇ ਆ ਨਾ ਜੀ, ਅਚਰਜ ਦੀ ਲੀਲਾ ਵਰਤਦੀਆਂ ਨੇ ਜੀ। ਮਾਲਵੇ ਦੇ ਵਿੱਚ ਕੁਝ ਤਕੜੇ ਜ਼ਿਮੀਂਦਾਰ ਸੀ, ਗੁਰੂ ਘਰ ਨੂੰ ਮੰਨਦੇ ਸੀਗੇ, ਤੇ ਉਹ ਕਹਿਣ ਲੱਗੇ ਵੀ ਮਹਾਰਾਜ ਕੁਝ ਕੁ ਦਿਨ ਸਾਡੇ ਇਲਾਕੇ ਵਿੱਚ ਰਹੋ। ਮਹਾਰਾਜ ਕਹਿੰਦੇ ਭਾਈ ਪਿਆਰਿਓ ਖੇਚਲ ਬੜੀ ਪੈ ਗਈ ਤੁਹਾਨੂੰ, ਸਿਆਲ ਦੀ ਰੁੱਤ ਸੀ, ਰਾਤ ਨੂੰ ਪਹਿਰਾ ਦੇਣਾ ਪਿਆ ਕਰਨਾ ਹੈ, ਕਿਉਂ ਪਤਾ ਨਹੀਂ ਇਹਨਾਂ ਦੁਸ਼ਟਾਂ ਦਾ, ਜ਼ਾਲਮ ਹਕੂਮਤ ਵਾਲਿਆਂ ਦਾ। 4 ਚਫੇਰੇ ਖਬਰ ਰੱਖਣੀ ਪੈਣੀ, ਪਹਿਰਾ ਰੱਖਣਾ ਪੈਣਾ। ਕਹਿੰਦੇ ਜੀ ਰੱਖਾਂਗੇ। ਰਾਤ ਨੂੰ ਠੰਡ ਬੜੀ ਸੀ, ਤੇ ਉਹਨਾਂ ਦੇ ਪਿੰਡ ਦੇ ਬੰਦੇ ਸੀਗੇ ਜੀ, ਗੁੱਜਰਾਂ ਦੇ ਵਿੱਚੋਂ ਸੰਮਾ ਤੇ ਫੱਤਾ, ਤੋ ਸਰਦਾਰ ਰਾਤ ਘਰ ਨੂੰ ਚਲੇ ਗਏ, ਤੇ ਸੰਮੇ ਤੇ ਫਤਿਹ ਨੂੰ ਪਹਿਰੇ ਤੇ ਖਿਲਾਰ ਗਏ ਜੀ। ਗੁਰੂ ਸਾਹਿਬ ਨੇ 2-3 ਵਾਰ ਆਵਾਜ਼ ਦਿੱਤੀ, ਪੁੱਛਿਆ ਭਾਈ ਕੋਈ ਪਹਿਰੇ ਤੇ ਹੈਗਾ? ਉਹ ਕਹਿੰਦੇ ਹਾਂ ਜੀ 10 ਪਹਿਰੇ ਤੇ ਹੈਗੇ ਜੀ। ਦਿਨ ਚੜ੍ਹੇ, ਫਿਰ ਮਹਾਰਾਜ ਨੇ ਪੁੱਛਿਆ ਵੀ ਰਾਤ ਪਹਿਰਾ ਕਿਹਨਾਂ ਨੇ ਦਿੱਤਾ? ਬੜੀ ਠੰਡ ਸੀ, ਕੌਣ ਸੀ ਜਿਹੜੇ ਰਾਤ ਪਹਿਰੇ ਤੇ ਖੜੇ ਰਹੇ? ਤੇ ਉਹ ਸਰਦਾਰ ਤੇ ਨਹੀਂ ਸੀ ਡਿਊਟੀ ਦੇ ਸਕੇ, ਜਿਹੜੇ ਮਾਇਆਧਾਰੀ ਸੀ। ਜੋ ਪੁੱਛਿਆ ਤੇ ਉਹ ਫਿਰ ਗਰੀਬ ਬੰਦੇ ਦੋਵੇਂ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਮਹਾਰਾਜ ਅਸੀਂ ਸੀ, ਸਾਨੂੰ ਇਹ ਖਿਲਾਰ ਗਏ ਸਨ ਇੱਥੇ। ਮਹਾਰਾਜ ਕਹਿੰਦੇ ਤੁਸੀਂ ਬੜੀ ਇਮਾਨਦਾਰੀ ਦੇ ਨਾਲ ਰਾਤ, ਸਾਰੀ ਰਾਤ ਇੰਨੀ ਠੰਡ 'ਚ ਖਲੋ ਕੇ ਪਹਿਰਾ ਦਿੱਤਾ, ਦੱਸੋ ਤੁਹਾਨੂੰ ਕੀ ਚਾਹੀਦਾ? ਕਹਿਣ ਲੱਗੇ ਸੱਚੇ ਪਾਤਸ਼ਾਹ ਘਰ ਘਾਟ ਸਾਡਾ ਕੋਈ ਨਹੀਂ, ਜ਼ਮੀਨ ਜਾਇਦਾਦ ਸਾਡੀ ਕੋਈ ਨਹੀਂ, ਅਸੀਂ ਗਰੀਬ ਹਾਂ। ਇਹ ਜ਼ਿਮੀਂਦਾਰ ਸਾਨੂੰ ਉੱਚੀ ਨੀਵੀਂ ਜਗ੍ਹਾ ਦੇ ਦਿੰਦੇ, ਅਸੀਂ ਪੱਧਰੀ ਕਰਕੇ ਬੀਜਣ ਯੋਗ ਬਣਾਉਣੇ, ਵਾਪਸ ਸਾਡੇ ਕੋਲ ਲੈ ਲੈਂਦੇ ਜੀ।
ਅਸੀਂ ਖਪਦੇ ਰਹਿੰਦੇ ਹਾਂ ਜੀ ਕਿ ਉਹ ਸਾਡੀ ਨਹੀਂ, ਅਗਲੇ ਦੀ ਜਿਹੜੀ ਚੀਜ਼ ਜਦੋਂ ਮਰਜ਼ੀ ਵਾਪਸ ਲੈ ਲੈਂਦਾ। ਲੋਕਾਂ ਦੇ ਘਰਾਂ ਵਿੱਚ ਅਸੀਂ ਗੁਜ਼ਾਰਾ ਕਰਦੇ ਹਾਂ, ਜਿੱਦਣ ਮਰਜ਼ੀ ਸਾਨੂੰ ਘਰੋਂ ਅਗਲਾ ਕੱਢ ਦਿੰਦਾ ਜੀ। ਸਾਡਾ ਥਾਂ ਹੀ ਕੋਈ ਨਹੀਂ ਹੈਗਾ, ਇੰਚ ਜਗ੍ਹਾ ਨਹੀਂ ਸਾਡੇ ਕੋਲ ਜਿੱਥੇ ਅਸੀਂ ਆਪਣੀ ਕੋਈ ਕੁੱਲੀ ਬਣਾ ਲਈਏ। ਮਹਾਰਾਜ ਇਸ ਤਰ੍ਹਾਂ ਬੁਰੇ ਹਾਲੀ ਦਿਨ ਕੱਟਦੇ ਆ। ਮਹਾਰਾਜ ਉਹਨਾਂ ਨੂੰ ਲੈ ਕੇ ਤੁਰ ਪਏ ਜੀ। ਖੁੱਲੀ ਜਗ੍ਹਾ ਵਿੱਚ ਜਾ ਕੇ ਮਹਾਰਾਜ ਕਹਿਣਗੇ ਜਿੱਥੋਂ ਤੱਕ ਘੋੜਾ ਫਿਰਦਾ ਫਿਰ ਲਓ ਜੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਟਾਹਲੀ ਦੇ ਬੂਟੇ ਸੀ, ਮਹਾਰਾਜ ਕਹਿੰਦੇ ਇਹਦੇ ਨਾਲੋਂ ਮੋੜਾ ਕੱਟੋ। ਕੱਟਿਆ, ਮਹਾਰਾਜ ਕਹਿੰਦੇ ਮੋੜੀ ਕੱਢੋ ਇੱਥੇ ਹੈ, ਇੱਥੇ ਤੁਸੀਂ ਪਿੰਡ ਵਸਾਉਣਾ, ਇਹ ਸਾਰਾ ਇਲਾਕਾ ਹੀ ਤੁਹਾਡਾ ਹੋਏਗਾ। ਮਹਾਰਾਜ ਕਹਿੰਦੇ ਹੁਣ ਵੀ ਤੁਸੀਂ ਜਾਓ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੰਮੇ ਫਤਿਹ ਦੀਆਂ ਟਾਹਲੀਆਂ ਵੱਜਦੀਆਂ ਜੀ। ਉਹ ਜੀ ਅਜੇ ਵੀ ਇਹ ਟਾਹਲੀਆਂ, ਪਿੱਛੇ ਜੇ ਅਖਬਾਰ ਦੇ ਵਿੱਚ ਫੋਟੋ ਆਇਆ ਸੀ, ਸਾਰਾ ਇਤਿਹਾਸ ਆਇਆ ਸੀ। ਇਹ ਸਾਰਾ ਇਲਾਕਾ ਹੀ ਉਹਨਾਂ ਦੇ ਪਰਿਵਾਰ ਕੋਲ ਹੈ ਜੀ। ਸਾਰਾ ਇਲਾਕਾ ਇੱਕ ਰਾਤ ਵੱਧ ਤੋਂ ਵੱਧ 7-8 ਘੰਟੇ ਪਹਿਰਾ ਦਿੱਤਾ ਹੋਏਗਾ ਜੀ। ਮੈਂ ਨਾ ਇੰਨੇ ਦਇਆਵਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਥੋੜ੍ਹੀ ਜਿਹੀ ਸੇਵਾ ਵੀ ਕਿਸੇ ਨੇ ਕੀਤੀ ਉਹਦੀਆਂ ਭੁੱਖਾਂ ਹੀ ਮਿਟਾਤੀਆਂ ਮਹਾਰਾਜ ਨੇ। ਉਹਦੇ ਖਾਨਦਾਨ ਜਿਹੜੇ ਆ ਉਹਨਾਂ ਦੀਆਂ ਭੁੱਖਾਂ ਮਿਟਾਤੀਆਂ। ਆਖੋ ਗੱਜ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਬੜੇ ਦਿਆਲੂ, ਬੜੇ ਮਿਹਰਬਾਨ, ਬੜੇ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ। ਸਮਾਪਤ ਦੇਣ ਲੱਗਿਆ ਤੇ ਮਹਾਰਾਜ ਨੇ ਭੋਰਾ ਜੀ ਨੇ ਵੀ ਦੇਰ ਨਹੀਂ ਲਾਈ ਜੀ। ਹੈ ਜੀ, ਲੱਖੀ ਜੰਗਲ ਮਹਾਰਾਜ ਬੈਠੇ, ਬਠਿੰਡੇ ਦੇ ਲਾਗੇ ਲੱਖੀ ਜੰਗਲ ਮਹਾਰਾਜ ਬੈਠੇ। ਤੇ ਸੂਮਾ ਚੌਧਰੀ ਮੱਝਾਂ ਬੜੀਆਂ ਸੀ ਇਹਦੇ ਕੋਲ, ਇਹ ਮਹਾਰਾਜ ਵਾਸਤੇ ਦੁੱਧ ਲੈ ਕੇ ਆਇਆ। ਮਾਇਆਧਾਰੀ ਸੀ, ਨੂੰ ਆਦਤ ਸੀ ਕੋਈ ਵੀ ਮਹਾਂਪੁਰਸ਼ ਆਵੇ ਨਾ ਜੀ ਤੇ ਇਹਨੇ ਦੁੱਧ ਲੈ ਕੇ ਜਾਣਾ ਤੇ ਉਹਨੂੰ ਪਰਖਣਾ ਜੀ। ਇਹਨੇ ਸੂਮੇ ਨੇ ਨਾ, ਸੂਮਾ ਇਹਨੇ ਪਰਖਣਾ ਵੀ ਭਲਾ ਵੇਖੀ ਇਹਦੇ 'ਚ ਕਿੰਨੀ ਤਾਕਤ ਆ, ਤੇ ਮਨ 'ਚ ਫੁਰਨਾ ਬਣਾਉਣਾ ਵੀ ਇਹ ਬੁੱਝ ਕੇ ਵਿਖਾਵੇ ਇਹ ਕਿਸ ਰੰਗ ਦੀ ਮੱਝ ਦਾ ਦੁੱਧ ਹੈ ਜੀ। ਜਦੋਂ ਗੁਰੂ ਸਾਹਿਬ ਵਾਸਤੇ ਲੈ ਕੇ ਆਇਆ ਨਾ ਜੀ, ਅਜੇ ਡੱਬਾ ਹੱਥ ਸੀ ਉੱਥੇ ਕਿ ਖੜਾ। ਮਹਾਰਾਜ ਕਹਿੰਦੇ ਸੂਮਿਆ ਕਾਲੇ ਰੰਗ ਦੀ ਮੱਝ ਦਾ ਦੁੱਧ ਲਿਆਇਆ ਨਾ? ਕਹਿੰਦਾ ਮਹਾਰਾਜ ਬੜੀ ਸਿਫਤ ਸੁਣੀ ਸੀ ਤੁਹਾਡੀ, ਹੈ ਬੜਾ ਜਸ ਸੁਣਿਆ, ਤੁਸੀਂ ਸੱਚੀ ਵਿੱਚ ਹੀ ਅੰਤਰਜਾਮੀ ਜੇ ਜਾਣੀ ਜਾਣ ਜੇ। ਤੇ ਜਦੋਂ ਚਲਾ ਗਿਆ ਨਾ ਘਰ ਤੇ ਸੋਚਣ ਲੱਗ ਪਿਆ ਵੀ ਇਹ ਕਿਹੜੀ ਵੱਡੀ ਗੱਲ ਹੈਗੀ ਹੈ, ਬਸ ਬਹੁਤੀਆਂ ਮੱਝਾਂ ਹੁੰਦੀਆਂ ਹੀ ਕਾਲੇ ਰੰਗ ਦੀਆਂ ਨੇ, ਇਹ ਕਿੱਡੀ ਕੁ ਵੱਡੀ ਗੱਲ ਹੈਗੀ ਜੇ ਬੁੱਝ ਲਿਆ। ਆਪਾਂ ਕੱਲ੍ਹ ਨੂੰ ਨਾ ਭੂਰੇ ਰੰਗ ਦੀ ਮੱਝ ਦਾ ਦੁੱਧ ਖੜਨਾ ਜੀ, ਭੂਰੇ ਰੰਗ ਦੀ। ਹਾਂਜੀ, ਫਿਰ ਵੇਖਾਂਗੇ ਭਲਾ ਬੁੱਝਦੇ ਆ। ਉਹ ਅਗਲੇ ਦਿਨ ਲੈ ਗਿਆ ਜੀ। ਮਹਾਰਾਜ ਨੇ ਦੱਸ ਦਿੱਤਾ, ਕਹਿਣ ਲੱਗੇ ਸੂਮਿਆ ਅੱਜ ਭੂਰੇ ਰੰਗ ਦੀ ਮੱਝ ਦਾ ਦੁੱਧ ਲਿਆਇਆ ਨਾ? ਕਹਿੰਦਾ ਮਹਾਰਾਜ ਤੁਸੀਂ ਤੇ ਬੜੇ ਜਾਣੀ ਜਾਣ ਜੀ, ਅੰਤਰਜਾਮੀ ਜੇ। ਮੱਥਾ ਟੇਕਣ ਲੱਗ ਪਿਆ। ਅਗਲੇ ਦਿਨ ਫੇਰ ਚਲਾ ਗਿਆ ਜੀ। ਜਦੋਂ ਮਹਾਰਾਜ ਕਹਿੰਦੇ ਤੇਰਾ ਦੁੱਧ ਨਹੀਂ ਲੈਣਾ, ਕਹਿੰਦਾ ਤੂੰ ਪਖੰਡ ਕੀ ਬਣਾਇਆ? ਕਹਿਣ ਲੱਗੇ ਕਿਲੋ ਦੁੱਧ ਲਿਆਉਣਾ ਤੇ ਰੋਜ਼ ਦਿਹਾੜੀ ਤੇਰੀਆਂ ਰੰਗਾਂ ਮੱਝਾਂ ਦੇ ਰੰਗ ਹੀ ਗਿਣਦੇ ਰਿਹਾ ਕਰੀਏ, ਭੱਜ ਜਾ। ਕਹਿਣ ਲੱਗੇ ਆਪਣਾ ਡੱਬਾ ਲੈ ਕੇ ਵਾਰੇ ਚਰਨਾਂ ਤੇ ਡਿੱਗ ਪਿਆ ਜੀ। ਮਹਾਰਾਜ ਕਹਿੰਦੇ ਸੂਮਿਆ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਕਿਸੇ ਵੇਲੇ ਕੋਈ ਮਹਾਤਮਾ ਆਪਣੇ ਰੰਗ ਦੇ ਵਿੱਚ ਕੋਈ ਬਚਨ ਤੈਨੂੰ ਕਰ ਦੇਵੇ ਤੇ ਰਗੜਿਆ ਜਾਏਗਾ। ਕਹਿਣ ਲੱਗੇ ਕਰਾਮਾਤਾਂ ਨਹੀਂ ਵੇਖੀ ਦੀਆਂ ਹੁੰਦੀਆਂ। ਸੱਚੇ ਪਾਤਸ਼ਾਹ ਬੈਠੇ, ਇੱਕ ਕਰਾਮਾਤੀ ਸਾਧੂ ਆ ਗਿਆ ਜੀ। ਮਹਾਰਾਜ ਨੂੰ ਕਹਿੰਦਾ ਕਰਾਮਾਤ ਵਿਖਾਓ। ਗੁਰੂ ਨਾਨਕ ਦਾ ਘਰ ਬੜਾ ਵੱਡਾ, ਬੜੀ ਮਹਿਮਾ ਸੁਣੀ, ਬੜਾ ਜਸ ਸੁਣਿਆ। ਮਹਾਰਾਜ ਕਹਿੰਦੇ ਕਰਾਮਾਤਾਂ ਨਹੀਂ ਵੇਖੀ ਦੀਆਂ ਹੁੰਦੀਆਂ। ਕਹਿੰਦਾ ਨਹੀਂ ਮਹਾਰਾਜ ਮੇਰੀ ਬੇਨਤੀ ਕਰਾਮਾਤ ਵਿਖਾਓ। ਮਹਾਰਾਜ ਕਹਿੰਦੇ ਤੈਨੂੰ ਆਖਿਆ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਕਰਾਮਾਤਾਂ ਨਹੀਂ ਵੇਖੀ ਦੀਆਂ ਹੁੰਦੀਆਂ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਬੇਨਤੀ ਕੀਤੀ, ਤੁਹਾਡੇ ਕੋਲ ਘਾਟਾ ਕੋਈ? ਮਹਾਰਾਜ ਕਹਿੰਦੇ ਚੰਗਾ ਫਿਰ ਤਿਆਰ ਹੋ ਜੇ, ਵੇਖਣੀ ਆ ਤੇ ਹੈ ਜੀ। ਬਸ ਮਹਾਰਾਜ ਨੇ ਉਹਦੇ ਵੱਲ ਵੇਖਿਆ ਤੇ ਖਾਲੀ ਹੋ ਗਿਆ ਜੀ ਉਹ ਸਾਰਾ ਕੁਝ। ਤੇ ਜੋ ਕੁਝ ਨੇ ਖੱਪ ਖਪਾ ਕੇ ਧੂਣੀਆਂ ਧਾਣੀਆਂ ਲਾ ਕੇ ਇਕੱਠਾ ਕੀਤਾ ਹੈ ਨਾ ਜੀ, ਸਫਾਈ ਹੋ ਗਈ, ਹੁਣ ਜਾ ਫਿਰ ਗਿਆ ਜੀ। ਉਹਨੂੰ ਪਤਾ ਲੱਗ ਗਿਆ ਵੀ ਮੇਰੇ ਪੱਲੇ ਤੇ ਕੁਝ ਵੀ ਨਹੀਂ ਰਿਹਾ। ਤੇ ਕਹਿੰਦਾ ਮਹਾਰਾਜ ਮੈਂ ਤਾਂ ਤੁਹਾਨੂੰ ਕਿਹਾ ਸੀ ਕਰਾਮਾਤ ਵਿਖਾਓ, ਤੇ ਮਹਾਰਾਜ ਕਹਿੰਦਾ ਤੂੰ ਵੇਖ ਤੇ ਲਈ, ਹੋਰ ਕੀ ਵੇਖਣਾ ਸੀ? ਹੋਰ ਕੀ ਵੇਖਣਾ ਹੀ ਦੱਸ? ਤੈਨੂੰ ਪਹਿਲਾਂ ਕਿਹਾ ਸੀ ਵੀ ਕਰਾਮਾਤਾਂ ਨਹੀਂ ਵੇਖੀ ਦੀਆਂ ਹੁੰਦੀਆਂ। ਇਹ ਨਹੀਂ ਕੰਮ ਚੰਗਾ ਹੈਗਾ। ਰੱਬ ਰੱਬ ਕਰੀਦਾ, ਭਜਨ ਕਰੀਦਾ। ਜੇ ਕੋਈ ਥੋੜ੍ਹਾ ਬਹੁਤਾ ਮਿਹਨਤ ਕਮਾਈ ਕਰਕੇ ਪੱਲੇ ਪਿਆ ਤੇ ਉਹਦੇ ਨਾਲ ਆਪਣਾ ਤੇ ਦੂਜਿਆਂ ਦਾ ਭਲਾ ਕਰੋ, ਇਹਨੂੰ ਪਖੰਡ ਨਾ ਬਣਾਓ।
फिर चरना ते टै पिया मिन्नतां तरले, महाराज मैं तो बड़े जल धारे कीते जी, मैं बड़ियां धूड़ियां ताइयां जी, मेरा रोटी पानी चली जाता, किरपा कर दिओ। हाँ जी। महाराज कहते चल फिर कोई नहीं, तो हुण तू इस तरह कर, पखंड नहीं बनाना, भजन करना है, नाम जपना, सिमरन करना है। आश्चर्ज लीला महाराज दी। उन्हें सूमे चौधरी नूं महाराज कहते भी इस तरह नहीं करना, सेवा करनी आ निष्कामताई नाल, शरधा नाल, परमेश्वर दा भजन करना। जो सरदा बनता किसी की सेवा करो, पर किसी की परीक्षा ना लो। हाँ जी। मूर्खताई नहीं करनी। सूमा चरना ते टठिया, पिछली माफ़ी मंगी। अगे महाराज एक पिंड गए जी, उत्थे दुध बड़ा ही पिंड वालियां दे कोल जी, दुध दियां भर भर के उन्होंने चाटियां लियांदियां महाराज दे कोल छकण वास्ते। जदों गुरु साहब दे सामने आंदा ना, महाराज वेख के कहते नहीं दुध नहीं असां पीना, ये दुध नहीं पीण वाला। हुण उन्होंने की पता, जेड़े बंदा कोई गलती करता वो उधर थोड़ा ध्यान दिंदा जी। महाराज कहते दुध नहीं पीना है। कहते महाराज की गल, दुध नूं की होया? असीं सुच्चा चो के लियांदा, साफ सुथरा लियांदा, भुन के लियांदा, उबाल के लियांदा, सानूं ते खुशी बड़ी होई भी गुरु जी आए आ। महाराज कहते गल ये आ भी जिहड़ी विचली गल वो आपां करिए। कहते बिजली किहड़ी? महाराज कहते तुसीं मझां चोरी करके लियाउंदे जे, ते मझां दे कट्टे बच्छे जदों रात नूं तुसीं मझां चोरी करके लियाउंदे खोल के, ते कट्टे बच्छे मझां दे उत्थे रह जांदे आ, वो दुध खुणों बेचारे भुखे ध्याए मर जांदे आ। गावां मझां दे जिन्हां नूं तुसीं चोरी कर लियाउंदे जे, कट्टे बच्छे उत्थे रह जांदे आ, गावां मझां तुसीं घर लै आंदे हो, वो बेचारे तरस तरस के मर जांदे। ये बेचारियां अपने बच्चों नूं याद कर कर तड़फदियां रहिंदियां, ये दुध नहीं साडे पीण वाला। वो तो महाराज सारे एक दूजे के मूँह वाल वेखण लग पे भी अज पहले दिन गुरु जी साडे पिंड आए, तो इन्हों साडे सारिਆਂ बारे पता भी असीं किहो ਜਿਹੇ हैगे ते की करते हैं। हाँ जी। बस इको तीर मारिया जी उन्होंने बचन दा, सारे चरनां ते टह पे। महाराज कहते अज तो बाद परण करो, मुड़ के चोरी नहीं करनी, किसी का माल डंगर चोरी करके नहीं लिया, गुरमुख बनो, गुरसिख बनो, दुध की तुहाडे कोल प्रशादा भी छकांगे। महाराज कहण लगे नेक नीति दे काम करो, ये लुट मार दा माल कहण लगे ना असां छकना ते ना ही संगत नूं छकण देना जी। बस अंतरजामी गुरु जी ने एक एक वचन किया, तो नालों नाल ही उन्हां दे हिरदे साफ करी गए महाराज। गुरमुख बनाई गए, गुरसिख बनाई गए, भजनीक बनाई गए, सेवा सिमरन वाले बना के जीवन मुक्त करी गए सच्चे पातशाह। ऐसे दयालु, ऐसे मेहरबान, आखो गज के धन गुरु गोबिंद सिंह साहब, धन गुरु गोबिंद सिंह साहब जी महाराज, धन गुरु गोबिंद सिंह साहब जी महाराज। सच्चे पातशाह महाराज ने कृपा की। आप संगतां दूर नेड़े तो चल के आए हो, धन धन श्री गुरु ग्रंथ साहिब की हजूरी में बैठ के सतगुरु जी के दर्शन भी किए है, सतगुरु जी की अमृत बाणी भी सुनी है, गुरु घर के इतिहासक वचन भी सुने आ। मेरा थोड़ा जिहा सुभाग है, मैं ना खोज करता रहना, तो मेरी इच्छा होंदी भी संगत नूं कोई नवे तो नवा वचन सुनाया जाए। हाँ जी। बड़ा लम्मा चौड़ा इतिहास जे महाराज का, सच्चे पातशाह का, बहुत लम्मा चौड़ा। तो ये ਵੱਧ ਤੋਂ ਵੱਧ ਇਹਨੂੰ सेवा भावना ਦੇ ਨਾਲ ना जी संगतां नूं गुरु महाराज ਦੇ बचन सुनाने चाहिए आ। बड़े खुश होंदे गुरु दीयां संगतां सुन के जी, बड़े प्रसन्न होंदे ने, हर एक दी खाश हुंदी आ। हाँ जी। तो गुरु महाराज का तो कोई अंत ही नहीं जी, एडा लम्मा चौड़ा इतिहास महाराज का। धन हन सच्चे पातशाह महाराज, गरीब नवाज अंतरजामी सतगुरु जी, जिन्हां ने जगत की कल्याण की, जगत का भला किया, तो कर रहे ने जी, कर रहे ने सच्चे पातशाह महाराज। हुण आपां एक शब्द पढ़ लीए जी, फिर भाई जसबीर सिंह जी होनी हाजरी लवाउणगे। तो बड़ी महाराज ने कृपा की है। मेरी नीत थोड़ी जी बिगड़ी ही जी, बहाने बूने जे मन बनाउण डिया भी, बड़ी दूरों आए जी, बड़ा उत्थे कीर्तन किया जी। हाँ जी। सफ़र लम्मा जी, तो बड़े इरादे बनाउण डिया, पर मेहर की महाराज सच्चे पातशाह ने, कोई थकेवा थकूवा नहीं रहा जी। हाँ जी। महाराज बड़े दयालु ने, तुहानूं भी महाराज ने साढ़े अपने इकट्ठियां ते सारियां ते कीती मेहर। हाँ जी। तुहानूं भी जिहड़ा महाराज ने बाल उदम बख्शिया ना जी, नहीं तो थोड़ी बहुती स्कीम तो मनी राम बनाउंदा रहिंदा। अज ठंड बड़ी आ, अज धुंध पई आ,
पता नहीं आउण लग्या किन्नी क धुंध पै जाए, कोई दिसे कि ना दिसे। हाँ जी, बड़े बड़े योधे सूरमे अपने च बैठे ने जी, ਜਿਹੜੇ होर कोई नहीं, धुंध का बहाना बड़ा तगड़ा लाउंदे जी। हाँ जी, कि धुंध पई सी, बाकी सारे काम धुंध च हुंदे आ जी। कथा कीर्तन वेले धुंध जिहड़ी ओह पहाड़ बन जाती जी अगे। हाँ जी, इस तरह जी कोई ना कोई मन किसी का कोई होएगा सूरमा जिहड़ा नहीं परवाह करता, नहीं तो मन जिहड़ा ना जी बड़ियां कथा कहानियां बनाउंदा जी। भाजी लश्करी नंगल वाले बड़े पुराने संगत करते हैं जी, मेरा ख्याल हो गया उन्हें 20 साल, भाजी 20 साल हो गए। मैं ना कुदरती मेरा सुभाव जाएगा इतना वेखना तो मैनू पता लग जा कौन आया कौन नहीं आया। 5-7 बुधवार मैनू दिसे ना आए। मैं फिर इन्हों पूछया, हाँ जी ये ਜਿਹੜੇ जट असली दुध पींदे तो असली खांदे घ्यो जी। हाँ जी, बड़ा तेज दिमाग जी इन्हों का जट्टां का जी। ये वेखण नूं भोले तो पूरे चुस्त चलाक ने जी। ये पैरों ते पानी ना पैण देण जी। जिहड़ी गल मैं पूछां अगले पासों बड़ा वधिया घड़िया घड़ाया उत्तर देण जी। फलानी गल जी, ढिमकड़ी गल जी। मैं कहा कोई गल नहीं, चंडिया मैं भी बड़ा साधां दा, छड्डू तो तुहानूं मना के ही। हाँ जी, अखीर नूं फिर इन्हां नूं मनना पिया, कहण लगे मेरी भुल है। मैं कहा सत संगत तो दूर होना साडी हर एक बंदे दी भुल है जी। सत संगत करनी बड़ी जरूरी है। जिन्होंने महाराज ने कृपा की है, नेड़े तेड़े घर दे मौका मिलता, धन भाग है जी। जरूरी थोड़ा भी इत्थे आके करनी है, पर ये तो मतलब आउंदे ही लंबे समय तो इत्थे ही ना जी। वाहवा चिर इन्होंने वैसे पूरा इन्होंने अगों जंग किया जी, बड़ियां अपनियां दलीलां दलूलां दित्तियां इन्होंने। अखीर नूं फिर ये मन्ने, कहण लगे गलती मेरी। दर्शन हो रहे ने, सामने बैठे ने। हाँ जी, सो संगत जी महाराज कृपा करन, साड़ी सारियां दी हर एक दी इस तरह की हो जाती हालत। पर ये बड़े मेहरबान ने, बड़े दयालु ने, बड़े कृपालु ने सच्चे पातशाह। इसे वास्ते सिख जदों अरदास करदा तो यही कहंदा, साध संगत जी हाजरा हजूर धन धन श्री गुरु ग्रंथ साहिब सच्चे पातशाह जी के दर्शन दीदार करते हुए बोलो जी हाजरा हजूर। सच्चे पातशाह सदा ही हाजिर हजूर ने, मेहरबान ने, बख्शिश करते हैं। तो तुसां असां की कर लेना, आपे ही करा लेंदे महाराज। ये इन्हां दी कृपा है। इहो जी ठंड च अद्धी रात कौन आउंदा जी। आ वेखो भाजी तरन ताਰਨ तो आए ने, किन्नी किन्नी दूरों गुरमुख प्यारे 20-20, 25, 40-40, 50-50 मीलों तो प्रेमी आए बैठे ने। ये सतगुरु जी की कृपा, सतगुरु जी की बख्शिश। धन भाग, धन भाग। अगले बुधवार जे महाराज ने समा दिता तो आप फिर माघ के महीने दे जो मुख वाक है उहदा कीर्तन भी करांगे, विचार भी करांगे। संगतां ने दूर दूर जाना है। सच्चे पातशाह कृपा करन, करो रसना पुत्र सारे जी। सोरठ महला पंजवा। गुर का शब्द रखवारे, गुर का शब्द रखवारे, गुर का शब्द रखवारे। चौकी चौगिरद हमारे, चौकी चौगिरद हमारे। गुर का शब्द रखवारे, गुर का शब्द रखवारे। चौके चौगिरद हमारे, चौके चौगिरद हमारे। गुर का शब्द रखवारे, गुर का शब्द रखवारे। राम नाम मान लागा, जम लजाए कार भागा।
ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਰਾਮ ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਚੌਂਕੇ ਚੌਗਿਰਦ ਹਮਾਰੇ, ਚੌਂਕੇ ਚੌਗਿਰਦ ਹਮਾਰੇ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਪ੍ਰਭ ਜੀ ਤੂੰ ਮੇਰੋ, ਤੂੰ ਮੇਰੋ ਸੁਖ ਦਾਤਾ। 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 ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਚੌਂਕੇ ਚੌਗਿਰਦ ਹਮਾਰੇ, ਚੌਂਕੇ ਚੌਗਿਰਦ ਹਮਾਰੇ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ।
चौंकी चौगिर्द हमारे, चौंकी चौगिर्द हमारे, गुर का शब्द रखवारे, गुर का शब्द रखवारे, गुर का शब्द रखवारे, गुर का शब्द रखवारे, गुर का शब्द रखवारे। संगत जी बेनती है, हर साल ਦਸਮ ਪਾਤਸ਼ਾਹ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਪੰਜ ਗਰਾਈਆਂ ਪਿੰਡ ਵਿੱਚ ਗੁਰੂ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਉਦਮ ਨਾਲ ਮਨਾਏ ਜਾਂਦੇ ਨੇ। ਅੰਮ੍ਰਿਤਸਰ ਤੋਂ ਇਸੇ ਰੋਡ ਤੇ ਜਾਂਦਿਆਂ ਜਾਂਦਿਆਂ ਅੱਡਾ ਮਹਿਲ ਬੁਖਾਰੀ ਆਉਂਦਾ ਜੀ, ਅਜਨਾਲੇ ਤੋਂ ਪਹਿਲਾਂ ਆਉਂਦਾ ਹੈ ਅੱਡਾ। ਸੱਜੇ ਪਾਸੇ ਹੈ ਪਿੰਡ ਪੰਜ ਗਰਾਈਆਂ ਜਾਂਦਿਆਂ, ਤੇ ਬਾਰ-ਬਾਰ ਸੜਕ ਦੇ ਉੱਤੇ ਗੁਰਦੁਆਰਾ ਸਾਹਿਬ ਹੈ। ਉੱਥੇ ਤਕਰੀਬਨ ਦਿਨੇ 1 ਜਾਂ 2 ਵਜੇ ਦੇ ਕਰੀਬ ਕੀਰਤਨ ਆਰੰਭ ਹੋਏਗਾ ਜੀ, ਸ਼ਾਮ ਨੂੰ ਸੰਪੂਰਨਤਾ ਹੀ ਹੋਏਗੀ। ਦਾਸ ਵੱਲੋਂ ਵੀ ਬੇਨਤੀ ਹੈ ਤੇ ਉੱਥੋਂ ਦੇ ਪ੍ਰਬੰਧਕ ਪ੍ਰੇਮੀ ਸੱਜਣਾ ਵੱਲੋਂ ਵੀ ਬੇਨਤੀ ਆ, ਸੰਗਤਾਂ ਵੱਧ ਤੋਂ ਵੱਧ ਉਦਮ ਕਰਨ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਸਿਫਤ ਸਲਾਹ ਦੇ ਨਾਲ ਜੁੜਿਆ ਜਾਵੇ। ਗੁਰੂ ਕੀ ਮੱਤ ਕਥਾ ਕੀਰਤਨ ਦੇ ਰੂਪ ਵਿੱਚ ਸਰਵਣ ਕਰੀਏ, ਸਾਨੂੰ ਸਮੱਤ ਆਵੇ, ਸਾਡਾ ਭਲਾ ਹੋਵੇ ਜੀ। ਗੁਰਪੁਰਬ ਮਨਾਉਣਾ ਬਹੁਤ ਭਲਾ ਹੈ। ਇਸੇ ਪ੍ਰਕਾਰ ਹੀ ਉਸੇ ਦਿਨ ਹੀ ਐਤਵਾਰ 24 ਤਰੀਕ ਹੈ ਨਾ, ਹਾਂਜੀ 24 ਤਰੀਕ ਐਤਵਾਰ ਰਾਤ ਨੂੰ ਕੀਰਤਨ ਸਮਾਗਮ ਜਿਹੜਾ ਹੈ ਉੱਥੋਂ ਆਣ ਕੇ ਉਹ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਹੋਏਗਾ ਜੀ। ਉੱਥੇ ਤਕਰੀਬਨ ਸ਼ਾਮ ਨੂੰ ਸੰਪੂਰਨਤਾ ਹੋਏਗੀ। ਆਉਂਦਿਆਂ ਰਾਤ 7-8 ਵੱਜ ਜਾਂਦੇ ਨੇ। ਉੱਥੋਂ ਫਿਰ ਸਿੱਧੇ ਗੁਰਦੁਆਰਾ ਲੋਹਗੜ੍ਹ ਸਾਹਿਬ ਪਹੁੰਚਣਾ ਹੈ। ਜਿਨ੍ਹਾਂ ਸੰਗਤਾਂ ਕੋਲ ਸਮਾਂ ਆਵੇ ਉਹ ਗੁਰਦੁਆਰਾ ਲੋਹਗੜ੍ਹ ਸਾਹਿਬ ਪਹੁੰਚ ਕੇ ਵਿਲਾਹਾ ਪ੍ਰਾਪਤ ਕਰਿਓ। ਉੱਥੇ ਤਕਰੀਬਨ 9:30 ਵਜੇ ਤੱਕ ਸੰਪੂਰਨਤਾ ਹੀ ਹੋਏਗੀ। ਕੀਰਤਨ ਤੋਂ ਉੱਥੇ ਰਹਿਰਾ ਸਾਹਿਬ ਤੋਂ ਬਾਅਦ ਕੀਰਤਨ ਆਰੰਭ ਹੋ ਜਾਣਾ, ਕਥਾ ਵਿਚਾਰਾਂ ਹੋਣਗੀਆਂ। 8:30 ਤੋਂ 9:30 ਉੱਥੇ ਮੈਨੂੰ ਵੀ ਗਰੀਬ ਨੂੰ ਉਹਨਾਂ ਨੇ ਸਮਾਂ ਦਿੱਤਾ ਹੈ। ਗੁਰੂ ਜੀ ਕਿਰਪਾ ਕਰਨ, ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਓ, ਗੁਰੂ ਮਹਾਰਾਜ ਦਾ ਜਸ ਸਰਵਣ ਕਰੋ ਤੇ ਇਹ ਗੱਲਾਂ ਸੁਣ ਕੇ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਲਿਆਓ ਵੀ ਜੇ ਇਹੋ ਜਿਹੇ ਬੰਦੇ ਮਹਾਰਾਜ ਨੇ ਬਖਸ਼ ਦਿੱਤੇ ਤੇ ਸਾਨੂੰ ਕਿਉਂ ਨਾ ਬਖਸ਼ਣਗੇ ਜੀ, ਸਾਨੂੰ ਕਿਉਂ ਨਾ ਬਖਸ਼ਣਗੇ। ਕਿਉਂ? ਸਤਿਗੁਰੂ ਮੇਰਾ ਸਦਾ ਦਇਆਲਾ, ਸਤਿਗੁਰੂ ਮੇਰਾ ਸਦਾ ਦਇਆਲਾ, ਮੋਹੇ ਦੀਨ ਕੋ ਰਾਖ ਲਿਆ, ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦਿਆ। ਗੁਰੂ ਜੀ ਬਹੁਤ ਮਿਹਰਬਾਨ ਨੇ, ਬੜੇ ਦਿਆਲੂ ਨੇ। ਜਿੱਥੇ ਅਸੀਂ ਭੁੱਲਣਹਾਰ ਹਾਂ ਉੱਥੇ ਸਤਿਗੁਰੂ ਜੀ ਸਦਾ ਬਖਸ਼ਣਹਾਰ ਨੇ। ਸਤਿਗੁਰੂ ਮਹਾਰਾਜ ਬੜੇ ਮਿਹਰਬਾਨ ਨੇ, ਸਦਾ ਹੀ ਕਿਰਪਾ ਕਰਦੇ ਨੇ। ਇਸ ਕਰਕੇ ਗੁਰੂ ਘਰ ਦੇ ਵਿੱਚ ਪਹੁੰਚੋ, ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਨਮ ਸਫਲਾ ਕਰੋ। ਹੁਣ ਭਾਈ ਜਸਬੀਰ ਸਿੰਘ ਜੀ ਉਹਨਾਂ ਨੇ ਕੀਰਤਨ ਦੇ ਰੂਪ ਵਿੱਚ ਹਾਜ਼ਰੀ ਭਰਨੀ, ਮਹਾਰਾਜ ਦੀ ਬਾਣੀ ਦਾ ਗਾਇਨ ਕਰਨਾ ਹੈ। ਜਿਨ੍ਹਾਂ ਪ੍ਰੇਮੀਆਂ ਦਾ ਚਿੱਤ ਕਰੇ ਉਹ ਬੈਠਣ, ਜਿਨ੍ਹਾਂ ਨੇ ਜਾਣਾ ਉਹ ਜਲ ਪਾਣੀ ਛਕ ਕੇ, ਚਾਹ ਪਾਣੀ ਤਿਆਰ ਹੈ। ਜਿਨ੍ਹਾਂ ਗੁਰਮੁਖਾਂ ਜਾਣਾ ਹੋਵੇ ਉਹ ਗੁਰੂ ਸਾਹਿਬ ਦੇ ਕੋਲੋਂ ਆਗਿਆ ਲੈ ਕੇ, ਸਤਿਗੁਰੂ ਮਹਾਰਾਜ ਕੋਲੋਂ ਖੁਸ਼ੀਆਂ ਲੈ ਕੇ ਜਾ ਸਕਦੇ ਨੇ। ਜਲ ਪਾਣੀ ਜ਼ਰੂਰ ਛਕਣਾ ਸਾਰਿਆਂ ਨੇ, ਇਹ ਬੇਨਤੀ ਹੈ। ਸੋ ਤਿਆਰ ਹੈ ਸਾਰਾ ਕੁਝ, ਛਕ ਕੇ ਫਿਰ ਜਾਇਓ। ਮੇਰੇ ਕੋਲ ਬੜੀਆਂ ਹੀ ਭੁੱਲਾਂ ਹੋਈਆਂ, ਬੜੀਆਂ ਭੁੱਲਾਂ ਹੋਈਆਂ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ, ਮਹਾਰਾਜ ਭੁੱਲਾਂ ਦੀ ਮੁਆਫੀ ਦਿਓ, ਅੱਗੋਂ ਵਾਸਤੇ ਸਮੱਤ ਬਖਸ਼ੋ। ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਆਪ ਜੀ ਦੇ ਭੈ ਵਿੱਚ ਰਹਿ ਕੇ ਸੱਚੇ ਪਾਤਸ਼ਾਹ ਆਪ ਜੀ ਦੀ ਸਿਫਤ ਸਲਾਹ ਦੀ ਦਾਤ ਬਖਸ਼ੋ। ਅਸਥਾਨ 'ਤੇ ਸਦਾ ਭਾਗ ਲਾਓ ਮਹਾਰਾਜ। ਸਾਨੂੰ ਸਾਰਿਆਂ ਨੂੰ ਤੰਦਰੁਸਤੀ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ, ਸਿਮਰਨ ਦੇ ਵਿੱਚ ਲਾ ਕੇ ਰੱਖੋ। ਸੱਚੇ ਪਾਤਸ਼ਾਹ ਸਾਡੀਆਂ ਗਰੀਬਾਂ ਦੀਆਂ ਭੁੱਲਾਂ ਨਾ ਚਿਤਾਰਦੇ ਹੋਏ
ਸਾਨੂੰ ਆਪਣੇ ਚਰਨ ਸ਼ਰਨ ਵਿੱਚ ਰੱਖੋ, ਆਪਣੀ ਸੰਗਤ ਵਿੱਚ ਰੱਖੋ, ਆਪਣੀ ਮਿਹਰ ਦੀ ਨਿਗਾਹ ਵਿੱਚ ਰੱਖੋ। ਸੱਚੇ ਪਾਤਸ਼ਾਹ ਸਦਾ ਹੀ ਆਪਦੇ ਬਣਾਈ ਰੱਖੋ ਮਹਾਰਾਜ। ਬਹੁਤ ਬਹੁਤ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀਆਂ ਵਧਾਈਆਂ ਜੀ, ਬਹੁਤ ਵਧਾਈਆਂ ਜੀ, ਬਹੁਤ ਵਧਾਈਆਂ। ਸਤਿਗੁਰ ਆਇਆ ਸਫਲਾ ਕਰਨ। ਭੁੱਲ ਚੁੱਕ ਦੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ